ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV NRI ਵਰਲਡ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਕੁਝ ਦਿਨ ਪਹਿਲਾਂ ਅਮਰੀਕਾ ਤੋਂ ਇੱਕ ਫੋਨ ਕਾਲ ਆਉਂਦੀ ਹੈ ਮੇਰੇ ਦੋਸਤ ਦੀ। ਮੈਨੂੰ ਬੜਾ ਕਨਫਿਊਜ਼ਨ, ਮੈਂ ਕੀ ਕਰਾਂ ਕੀ ਨਾ ਕਰਾਂ। ਮੈਂ ਕਿਹਾ ਮਸਲਾ ਕੀ ਹੈ? ਕਹਿੰਦਾ ਇਨਕਮ ਟੈਕਸ ਰਿਟਰਨ, ਕਿਉਂਕਿ ਇਨਕਮ ਕਮਾਉਣੇ ਆ ਤੇ ਟੈਕਸ ਤਾਂ ਗਵਰਨਮੈਂਟ ਨੂੰ ਦੇਣਾ ਹੀ ਹੈ। ਪਰ ਮੈਨੂੰ ਸਮਝ ਨਹੀਂ ਆ ਰਹੀ ਪੈਨ ਕਾਰਡ ਕੀ ਹੁੰਦਾ ਹੈ, ਆਧਾਰ ਕਾਰਡ ਕੀ ਹੁੰਦਾ ਹੈ, ਦੋਵਾਂ ਨੂੰ ਲਿੰਕ ਕਿਵੇਂ ਕਰਨਾ ਹੈ, ਇਨਕਮ ਟੈਕਸ ਰਿਟਰਨ ਕਿਵੇਂ ਭਰਨੀ ਹੈ। ਮੈਨੂੰ ਜਿੰਨਾ ਪਤਾ ਸੀ, ਜਿੰਨਾ ਆਮ ਆਦਮੀ ਨੂੰ ਪਤਾ ਹੁੰਦਾ, ਆਮ ਲੋਕਾਂ ਨੂੰ ਪਤਾ ਹੁੰਦਾ, ਮੈਂ ਉਹਨੂੰ ਗਾਈਡ ਕੀਤਾ। ਪਰ ਉਹ ਬਹੁਤ ਜ਼ਿਆਦਾ ਕੁਐਰੀਜ਼ ਸੀ ਉਹਦੀਆਂ। ਮੈਂ ਕਿਹਾ ਇੰਨੀ ਡਿਟੇਲ ਮੈਂ ਨਹੀਂ ਜਾਣਦਾ, ਕਿਉਂਕਿ ਮੇਰਾ ਜੌਬ ਹੈ ਸਟੂਡੀਓ ਦੇ ਵਿੱਚ ਪ੍ਰੋਗਰਾਮਸ ਨੂੰ ਹੈਂਡਲ ਕਰਨਾ, ਪ੍ਰੋਗਰਾਮਸ ਨੂੰ ਪ੍ਰੈਜ਼ੈਂਟ ਕਰਨਾ। ਮੈਂ ਫਾਈਨੈਂਸ਼ੀਅਲ ਮੈਟਰਸ ਦਾ ਐਕਸਪਰਟ ਨਹੀਂ ਹਾਂ। ਫਿਰ ਅਸੀਂ ਕੋਸ਼ਿਸ਼ ਕੀਤੀ ਔਰ ਇੱਕ ਬਹੁਤ ਐਕਸਪਰਟ ਜਿਨ੍ਹਾਂ ਨੂੰ ਮੋਰ ਦੈਨ 40 ਈਅਰਸ ਦਾ ਐਕਸਪੀਰੀਅੰਸ ਹੈ ਇਸ ਲਾਈਨ ਦਾ, ਔਰ ਸਾਡੇ ਇਸ ਪੰਜਾਬ ਦੇ ਜੋ ਟੌਪ 10 ਚਾਰਟਰਡ ਅਕਾਊਂਟੈਂਟਸ ਕਹੇ ਜਾਣ ਉਹਨਾਂ ਵਿੱਚੋਂ ਇੱਕ ਨੇ ਸਰਬਜੀਤ ਸਿੰਘ ਕਾਲਰਾ। ਇਸ ਵਕਤ ਸਟੂਡੀਓਸ ਦੇ ਵਿੱਚ ਸਾਡੇ ਨਾਲ ਮੌਜੂਦ ਨੇ। ਔਰ ਸਾਡੀ ਖੁਸ਼ਕਿਸਮਤੀ ਕਾਲਰਾ ਸਾਹਿਬ ਕਿ ਜਦੋਂ ਵੀ ਅਸੀਂ ਕੋਈ ਇੱਦਾਂ ਦਾ ਟੈਕਨੀਕਲ ਸਬਜੈਕਟ ਲੈ ਕੇ ਆਉਂਦੇ ਹਾਂ ਤੁਸੀਂ ਸਾਨੂੰ ਟਾਈਮ ਜ਼ਰੂਰ ਦਿੰਦੇ ਹੋ। ਵੈਲਕਮ ਟੂ NRI ਵਰਲਡ। ਥੈਂਕ ਯੂ ਜੀ, ਥੈਂਕ ਯੂ ਸੰਜੀਵ ਜੀ। ਅੱਜ ਦਾ ਤੁਹਾਡਾ ਜਿਹੜਾ NRI ਪੈਨ ਦਾ ਜਿਹੜਾ ਇਸ਼ੂ ਹੈ ਬੜਾ ਇੰਪੋਰਟੈਂਟ ਹੈ। ਸੋ ਤੁਸੀਂ ਅੱਗੇ ਅੱਗੇ ਚੱਲੋ ਤੇ ਮੈਂ ਤੁਹਾਡੇ ਪਿੱਛੇ ਪਿੱਛੇ ਚੱਲਾਂਗਾ ਤੇ ਜ਼ਰੂਰ ਸਾਰਾ ਕੁਝ ਸ਼ੇਅਰ ਕਰਾਂਗਾ ਮੈਂ ਆਪਣੇ ਵੀਰਾਂ ਨਾਲ ਜਿਹੜੇ NRI ਭਰਾ ਨੇ ਮੇਰੇ। ਜੀ ਜ਼ਰੂਰ। ਆਪਾਂ ਹੁਣ ਆਪਣੀ ਯਾਤਰਾ ਸ਼ੁਰੂ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਹਾਂਜੀ, ਐਲੀਜੀਬਿਲਿਟੀ ਨੂੰ ਲੈ ਕੇ ਹਮੇਸ਼ਾ ਕਨਫਿਊਜ਼ਨ ਰਹਿੰਦਾ ਹੈ ਕਿ ਐਲੀਜੀਬਲ ਮੈਂ ਕਿੱਦਾਂ ਹੋ ਸਕਦਾ ਪੈਨ ਕਾਰਡ ਅਪਲਾਈ ਕਰਨ ਵਾਸਤੇ, ਮੈਨੂੰ ਪੈਨ ਕਾਰਡ ਮਿਲ ਸਕਦਾ ਕਿ ਨਹੀਂ ਮਿਲ ਸਕਦਾ। ਕੁਝ ਆਧਾਰ ਕਾਰਡ ਨੂੰ ਲੈ ਕੇ ਵੀ ਹੈ ਕਿ ਆਧਾਰ ਕਾਰਡ NRIs ਨੂੰ ਨਹੀਂ ਹੈ, ਜਿਹੜੇ ਇੰਡੀਆ ਦੇ ਰੈਜ਼ੀਡੈਂਟ ਨੇ ਉਹਨਾਂ ਵਾਸਤੇ ਆਧਾਰ ਕਾਰਡ ਹੈ, ਉਹਦੇ ਕੁਝ ਹੋਰ ਆਲਟਰਨੇਟਿਵਸ ਨੇ। ਇਸ ਕਰਕੇ ਪੈਨ ਕਾਰਡ ਵਾਸਤੇ ਵੀ ਕਨਫਿਊਜ਼ਨ ਹੈ, ਮੈਂ ਐਲੀਜੀਬਲ ਹੈ ਵੀ ਜਾਂ ਨਹੀਂ ਹਾਂ। ਸੋ ਐਲੀਜੀਬਲ ਕੌਣ ਹੈ ਪੈਨ ਕਾਰਡ ਵਾਸਤੇ? ਦੇਖੋ ਸੰਜੀਵ ਜੀ, ਪਹਿਲੇ ਤੇ ਐਲੀਜੀਬਿਲਿਟੀ ਕ੍ਰਾਈਟੇਰੀਆ ਇਹ ਹੈਗਾ ਕਿ ਜਿਸ ਭਾਵੇਂ ਉਹ NRI ਹੈ, ਜੇ ਉਹਦੀ ਇਨਕਮ ਟੈਕਸੇਬਲ ਹੈ ਇੰਡੀਆ ਦੇ ਵਿੱਚ, ਪਲੱਸ ਜੇ ਉਹਨੇ ਕੋਈ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰਨਾ ਇੰਡੀਆ ਦੇ ਵਿੱਚ, ਜਾਂ ਉਹਨੇ ਸ਼ੇਅਰ ਦੀ ਟ੍ਰੇਡਿੰਗ ਕਰਨੀ ਹੈ ਥਰੂ ਬ੍ਰੋਕਰ, ਤੇ ਜਾਂ ਉਹਨੇ ਕੋਈ ਇਮੂਵੇਬਲ ਪ੍ਰਾਪਰਟੀ ਪਰਚੇਜ਼ ਕਰਨੀ ਇੰਡੀਆ ਦੇ ਵਿੱਚ, ਤੇ ਉਹ ਐਲੀਜੀਬਿਲਿਟੀ ਕ੍ਰਾਈਟੇਰੀਆ ਦੇ ਵਿੱਚ ਫਾਲ ਕਰ ਜਾਂਦਾ ਹੈ। ਉਹਨੂੰ ਪੈਨ ਕਾਰਡ ਮਿਲ ਜਾਏਗਾ ਔਰ ਉਹਦਾ ਪੈਨ ਕਾਰਡ ਲਏ ਬਗੈਰ ਗੁਜ਼ਾਰਾ ਵੀ ਨਹੀਂ, ਉਹਨੂੰ ਲੈਣਾ ਹੀ ਪੈਣਾ। ਓਕੇ ਯਾ ਸੋ ਐਲੀਜੀਬਿਲਿਟੀ ਇਸੇ 4 ਚੀਜ਼ਾਂ ਨੇ। ਤੁਹਾਡੀ ਇਨਕਮ ਟੈਕਸੇਬਲ ਹੋਣੀ ਚਾਹੀਦੀ ਹੈ, ਤੁਸੀਂ ਕੁਝ ਸ਼ੇਅਰਾਂ 'ਚ ਇਨਵੈਸਟ ਕਰਨੇ ਆ ਜਾਂ ਮਿਊਚੁਅਲ ਫੰਡ ਜਾਂ ਟ੍ਰੇਡਿੰਗ ਕਰਨੀ ਜਾਂ ਤੁਸੀਂ ਇਮੂਵੇਬਲ ਪ੍ਰਾਪਰਟੀ ਖਰੀਦਣੀ। ਓਕੇ, ਇਹ 4-5 ਚੀਜ਼ਾਂ ਨੇ ਜਿਹਦੇ ਵਿੱਚ ਜੇ ਤੁਹਾਡੇ ਅਰਾਈਜ਼ ਹੁੰਦੀਆਂ ਨੇ ਤੇ ਪੈਨ ਕਾਰਡ ਐਸੈਂਸ਼ੀਅਲ। ਜਿੱਥੇ ਮਨੀ ਦੀ ਟ੍ਰਾਂਜੈਕਸ਼ਨਸ ਨੇ ਹਾਂ ਯਾ ਉੱਥੇ ਤੁਹਾਨੂੰ ਪੈਨ ਕਾਰਡ ਵਾਸਤੇ ਐਲੀਜੀਬਲ ਹਰ ਜਗ੍ਹਾ ਤੇ ਤੁਹਾਨੂੰ ਪੈਨ ਕਾਰਡ ਦੀ ਜ਼ਰੂਰਤ ਪਏਗੀ। ਰਾਈਟ। ਹਾਂ, ਤੇ ਇਹ ਜਦੋਂ ਤੁਸੀਂ ਮੰਨ ਲਓ, ਮੈਂ ਜਿੱਦਾਂ ਆਪਣੇ ਦੋਸਤ ਦੀ ਐਗਜ਼ਾਮਪਲ ਦਿੱਤੀ ਹੈ, ਅਮਰੀਕਾ ਦੇ ਵਿੱਚ ਉਹ ਰਹਿੰਦਾ, ਠੀਕ ਹੈ। ਸੋ ਉਹ ਆਨਲਾਈਨ ਅਪਲਾਈ ਕਰ ਸਕਦਾ ਹੈ ਜਾਂ ਉਹਨੂੰ ਪਰਟੀਕੂਲਰਲੀ ਇੱਥੇ ਆਉਣਾ ਪਏਗਾ, ਜਾਂ ਆਪਣੇ ਕਿਸੇ ਫਾਈਨੈਂਸ਼ੀਅਲ ਐਕਸਪਰਟ ਜਿਵੇਂ ਤੁਸੀਂ ਹੋ, ਤੁਹਾਡੀਆਂ ਸਰਵਿਸਿਜ਼ ਹਾਇਰ ਕਰਨੀਆਂ ਪੈਣਗੀਆਂ, ਕੋਈ ਪਾਵਰ ਆਫ ਅਟਾਰਨੀ ਦੇਣੀ ਪਏਗੀ? ਵੇ ਕੀ ਆ, ਤਰੀਕਾ ਕੀ ਅਪਲਾਈ ਕਰਨ ਦਾ? ਇਹਦਾ ਤਰੀਕਾ ਬੜਾ ਜੀ ਕੋਈ ਸਿੰਪਲ ਹੈ। ਇੱਕ ਲੋਕਾਂ ਨੂੰ ਇੱਕ ਮਿਥ ਹੈ ਕਿ ਪੈਨ ਕਾਰਡ ਅਸੀਂ ਲੈਣਾ ਹੈ, ਉਹਦੇ 'ਚ ਪਤਾ ਨਹੀਂ ਕੀ ਕੁਝ ਹੋਏਗਾ। ਐਸੀ ਕੋਈ ਗੱਲ ਨਹੀਂ ਹੈ। 2 ਤਰੀਕੇ ਨੇ। ਤੁਸੀਂ ਪੈਨ ਕਾਰਡ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਜੀ, ਤੁਸੀਂ ਪੈਨ ਕਾਰਡ ਫਿਜ਼ੀਕਲੀ ਵੀ ਅਪਲਾਈ ਕਰ ਸਕਦੇ ਹੋ, ਆਫਲਾਈਨ ਜਿਹਨੂੰ ਕਹਿੰਦੇ ਹਾਂ ਅਸੀਂ। ਇਹਦੇ ਵਿੱਚ ਇਹ ਬੜਾ ਜ਼ਰੂਰੀ ਹੋਏਗਾ, ਇਹਨੂੰ 2 ਜਗ੍ਹਾ ਤੇ ਸਾਨੂੰ ਡਿਵਾਈਡ ਕਰਨਾ ਪਏਗਾ। ਪਹਿਲਾ ਤੇ NRI ਉਹ ਜਿਹੜਾ ਇੰਡੀਅਨ ਸਿਟੀਜ਼ਨਸ਼ਿਪ ਹੈ ਜਿਹਦੇ ਕੋਲ, ਜੀ, ਔਰ ਦੂਸਰਾ NRI ਉਹ ਜਿਹਦੀ ਫੋਰਨ ਸਿਟੀਜ਼ਨਸ਼ਿਪ ਹੈ। ਜਿਹੜਾ ਤੇ ਇੰਡੀਅਨ ਸਿਟੀਜ਼ਨਸ਼ਿਪ ਹੈ ਜਿਹਦੇ ਕੋਲ ਉਹ NRI ਹੈ, ਜੀ, ਉਹਦੀ ਜਿਹੜੀ ਐਲੀਜੀਬਿਲਿਟੀ ਹੈ ਉਹ ਫਾਰਮ 49A ਨਾਲ ਬਣੇਗੀ। ਜੀ, ਤੇ ਜਿਹੜਾ ਫੋਰਨ ਸਿਟੀਜ਼ਨ ਹੈ ਉਹਦੀ ਐਲੀਜੀਬਿਲਿਟੀ 49AA ਨਾਲ ਬਣੇਗੀ। ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਜਿਹੜਾ ਅਪਲਾਈ ਕਰਨ ਦਾ ਤਰੀਕਾ ਹੈ ਉਹ ਆਨਲਾਈਨ ਵੀ ਹੈ ਤੇ ਆਫਲਾਈਨ ਵੀ ਹੈ। ਜੀ। ਹੁਣ ਆਨਲਾਈਨ ਵਾਸਤੇ ਤੁਸੀਂ ਟਿਨ ਪੋਰਟਲ ਤੇ ਜਾਓਗੇ, ਉਹ ਤੁਹਾਨੂੰ ਆਪਣੇ ਆਪ ਗਾਈਡ ਕਰਦਾ ਜਾਏਗਾ ਤੇ ਤੁਸੀਂ ਉਹਨੂੰ, ਜੇ ਤੁਸੀਂ ਕੰਪਿਊਟਰ ਸੇਵੀ ਹੋ ਤੇ ਤੁਸੀਂ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ। ਜੀ। ਜੇ ਤੁਸੀਂ ਕੰਪਿਊਟਰ ਸੇਵੀ ਨਹੀਂ ਹੈ, ਫਿਰ ਤੁਸੀਂ ਇਹ ਹੈ ਕਿ ਸਾਡੇ ਗਵਰਨਮੈਂਟ ਆਫ ਇੰਡੀਆ ਨੇ ਇੱਥੇ ਵੇਰੀਅਸ ਸੈਂਟਰ ਖੋਲ੍ਹੇ ਹੋਏ ਨੇ ਜਿਹੜੇ ਡੀਲ ਕਰਦੇ ਨੇ UTI NSDL ਨਾਲ। ਤੁਸੀਂ ਉੱਥੋਂ ਤੁਹਾਨੂੰ ਐਪਲੀਕੇਸ਼ਨ ਫਾਰਮ ਮਿਲੇਗਾ। ਤੁਸੀਂ ਐਪਲੀਕੇਸ਼ਨ ਫਾਰਮ, ਤੁਸੀਂ ਜੋ ਤੁਹਾਡੀ ਐਲੀਜੀਬਿਲਿਟੀ ਹੈ, ਜੇ ਤਾਂ ਤੁਸੀਂ ਇੰਡੀਅਨ ਸਿਟੀਜ਼ਨਸ਼ਿਪ ਹੋਲਡ ਕਰਦੇ ਹੋ
ਤੇ 49A ਮਿਲੇਗਾ। ਜੇ ਤੁਸੀਂ ਇੰਡੀਅਨ ਸਿਟੀਜ਼ਨਸ਼ਿਪ ਨਹੀਂ ਹੋਲਡ ਕਰਦੇ ਤੇ 49A ਇਹ ਮਿਲੇਗਾ ਜੀ। ਉਹਨੂੰ ਤੁਸੀਂ ਫਿਲ ਅਪ ਕਰਨਾ ਹੈ। ਉਹਨੂੰ ਫਿਲ ਅਪ ਕਰਕੇ ਤੁਸੀਂ ਫਾਈਲ ਕਰਨਾ ਹੈ। ਉਹਦੇ ਨਾਲ ਕੁਝ ਡਾਕੂਮੈਂਟਸ ਜਿਹੜੇ ਲੱਗਣੇ ਨੇ ਉਹ ਜਿਹੜੇ ਮੈਂ ਤੁਹਾਨੂੰ ਹੁਣੇ ਦੱਸਾਂਗਾ ਤੇ ਯੂ ਕੈਨ ਫਾਈਲ ਦਾ ਐਪਲੀਕੇਸ਼ਨ ਤੇ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਪੈਨ ਕਾਰਡ ਅਲਾਟ ਹੋ ਜਾਏਗਾ। ਓਕੇ, ਸੋ ਇਹ ਹੈ ਤਰੀਕਾ ਅਪਲਾਈ ਕਰਨ ਦਾ ਕਿ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ, ਤੁਸੀਂ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ। ਬਿਲਕੁਲ, ਜੋ ਵੀ ਤੁਹਾਨੂੰ ਸੂਟ ਕਰੇਗਾ ਉਸ ਮੋਡ ਨੂੰ ਤੁਸੀਂ ਅਪਣਾ ਸਕਦੇ ਹੋ। ਬਿਲਕੁਲ। ਸੋ ਤੁਸੀਂ ਕਿਹਾ ਕਿ ਉਹਦੇ ਵਾਸਤੇ ਕੁਝ ਡਾਕੂਮੈਂਟਸ ਚਾਹੀਦੇ ਹੋਣਗੇ। ਉਹ ਬੜੇ ਜ਼ਰੂਰੀ ਨੇ, ਬੜੇ ਇੰਪੋਰਟੈਂਟ ਨੇ ਡਾਕੂਮੈਂਟ। ਹੁਣ ਸਭ ਤੋਂ ਪਹਿਲੇ ਗੱਲ ਹੈ ਕਿ ਤੁਸੀਂ ਆਪਣੀ ਆਈਡੈਂਟੀਫਿਕੇਸ਼ਨ ਦੇਣੀ ਹੈ। ਹੁਣ ਆਈਡੈਂਟੀਫਿਕੇਸ਼ਨ ਤੁਸੀਂ ਕਿੱਥੋਂ ਦਿਓਗੇ? ਜੀ। ਜਾਂ ਤੁਸੀਂ ਆਪਣੇ ਆਧਾਰ ਕਾਰਡ ਤੋਂ ਦਿਓਗੇ, ਹੂੰ, ਜਾਂ ਤੁਸੀਂ ਆਪਣੇ ਡਰਾਈਵਿੰਗ ਲਾਇਸੈਂਸ ਤੋਂ ਦਿਓਗੇ, ਜੀ, ਜਾਂ ਤੁਸੀਂ ਆਪਣੇ ਕੋ ਵੋਟਰ ਆਈਡੀ ਤੋਂ ਦਿਓਗੇ। ਯਾ ਇਹ ਤਿੰਨ ਚਾਰ ਚੀਜ਼ਾਂ ਨੇ ਜਿੱਥੋਂ ਤੁਸੀਂ ਆਪਣੀ ਜਿੱਥੋਂ ਤੁਸੀਂ ਆਪਣੀ ਆਈਡੈਂਟੀਫਿਕੇਸ਼ਨ ਐਸਟੈਬਲਿਸ਼ ਕਰਨੀ ਹੈ। ਆਈਡੈਂਟੀਫਿਕੇਸ਼ਨ ਤੁਹਾਡੀ ਇਹਨਾਂ ਡਾਕੂਮੈਂਟਸ ਨਾਲ ਐਸਟੈਬਲਿਸ਼ ਹੋਏਗੀ। ਆਪਾਂ ਇੱਕ ਵਾਰੀ ਫਿਰ ਇਹਦੇ ਬਾਰੇ ਗੱਲ ਕਰਾਂਗੇ। ਡਰਾਈਵਿੰਗ ਲਾਇਸੈਂਸ, ਜੀ, ਆਧਾਰ ਕਾਰਡ, ਵੋਟਰ ਆਈਡੀ ਜਾਂ ਕੋਈ ਐਸੀ ਚੀਜ਼ ਜਿਹੜੇ ਨਾਲ ਤੁਹਾਡੀ ਐਸਟੈਬਲਿਸ਼ ਹੁੰਦੀ ਹੈ ਤੁਹਾਡੀ ਆਈਡੈਂਟੀਫਿਕੇਸ਼ਨ, ਤੁਹਾਡੀ ਪਹਿਚਾਣ। ਜੀ। ਹੁਣ ਆ ਗਿਆ ਕਿ ਤੁਹਾਡਾ ਐਡਰੈਸ। ਹੁਣ ਐਡਰੈਸ ਵਾਸਤੇ ਤੁਸੀਂ ਆਪਣਾ ਪਾਸਪੋਰਟ ਦੀ ਕਾਪੀ ਦੇਣੀ ਹੈ। ਜੀ। ਜਾਂ ਤੁਸੀਂ ਆਪਣੀ ਬੈਂਕ ਸਟੇਟਮੈਂਟ ਜਿਹੜੀ ਕੰਟਰੀ 'ਚ ਤੁਸੀਂ ਰਹਿ ਰਹੇ ਹੋ ਉਹਦੀ ਬੈਂਕ ਸਟੇਟਮੈਂਟ ਦੇਣੀ ਹੈ। ਜਾਂ ਤੁਸੀਂ ਆਪਣਾ NRE ਅਕਾਊਂਟ ਦੀ ਸਟੇਟਮੈਂਟ ਦੇਣੀ ਹੈ। ਬਟ ਇਹਦੇ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਹੈ ਕਿ ਉਹਦੇ ਪਿਛਲੇ 6 ਮਹੀਨੇ 'ਚ ਮਿਨੀਮਮ ਤੁਹਾਡੀਆਂ 2 ਟ੍ਰਾਂਜੈਕਸ਼ਨ ਜ਼ਰੂਰ ਹੋਣੀਆਂ ਚਾਹੀਦੀਆਂ ਜੀ, ਤਾਂ ਉਹਦੀ ਵੈਲਿਡਿਟੀ ਬਣੇਗੀ। ਇਹਦੇ ਤੋਂ ਇਲਾਵਾ ਤੁਸੀਂ 2 ਫੋਟੋਗ੍ਰਾਫਸ ਦੇਣੀਆਂ ਨੇ ਤੇ ਨਾਲ ਤੁਸੀਂ ਉਹਦੇ ਆਪਣਾ ਇਹ ਦੇਣਾ ਹੈ ਕਿ ਤੁਹਾਡਾ ਜਿਹੜਾ ਕਾਰਡ ਹੁੰਦਾ ਤੁਹਾਡਾ ਓਵਰਸੀਜ਼ ਸਿਟੀਜ਼ਨ ਦਾ, ਉਹ ਤੁਸੀਂ ਉਹਦੇ ਨਾਲ ਲਗਾਉਣਾ ਤੇ ਤੁਹਾਡੀ ਉਹ ਐਪਲੀਕੇਸ਼ਨ ਪੂਰੀ ਹੋ ਜਾਏਗੀ ਤੇ ਤੁਸੀਂ ਉਹਨੂੰ ਅਪਲਾਈ ਕਰ ਸਕਦੇ ਜੀ। ਦੈਟ ਉਹ ਇਹ ਚੀਜ਼ਾਂ ਅਪਲਾਈ ਕਰਨ ਵਾਸਤੇ ਜ਼ਰੂਰੀ ਤੌਰ ਤੇ ਚਾਹੀਦੀਆਂ। ਹਾਂਜੀ। ਪਾਸਪੋਰਟ ਦਾ ਕੀ ਤੁਸੀਂ ਇਹਦੇ ਚ ਮੈਂਸ਼ਨ ਕਰਨਾ ਚਾਹੁੰਦੇ ਹੋ? ਕਿਉਂਕਿ ਪਾਸਪੋਰਟ ਯੂ ਆਰ ਅ ਨਾਨ ਰੈਜ਼ੀਡੈਂਟ। ਨਾਨ ਰੈਜ਼ੀਡੈਂਟ ਵਾਸਤੇ ਤੁਹਾਡਾ ਐਡਰੈਸ ਪ੍ਰੂਫ ਉਹ ਪ੍ਰੂਵ ਕਰੇਗਾ ਪਾਸਪੋਰਟ। ਔਰ ਕਈ ਕੰਟਰੀਜ਼ ਦੇ ਪਾਸਪੋਰਟ ਦੇ ਉੱਪਰ ਐਡਰੈਸ ਨਹੀਂ ਹੁੰਦਾ। ਜੇ ਉਹ ਐਡਰੈਸ ਨਹੀਂ ਹੁੰਦਾ ਤਾਂ ਫਿਰ ਤੁਹਾਨੂੰ ਆਪਣਾ ਐਡਰੈਸ ਪ੍ਰੂਫ ਕਰਨ ਵਾਸਤੇ ਤੁਹਾਨੂੰ ਬੈਂਕ ਸਟੇਟਮੈਂਟ ਦੇਣੀ ਪਏਗੀ। ਜੀ। ਬੈਂਕ ਸਟੇਟਮੈਂਟ ਮੈਂ ਤੁਹਾਨੂੰ ਦੱਸਿਆ ਹੈ ਕਿ ਉਹਦੇ ਵਾਸਤੇ ਤੁਹਾਡੀਆਂ 2 ਟ੍ਰਾਂਜੈਕਸ਼ਨ ਪਿਛਲੇ 6 ਮਹੀਨੇ 'ਚ ਹੋਣੀਆਂ ਜ਼ਰੂਰੀ ਨੇ। ਸ਼ੋਰ। ਸੋ ਉਹ ਤੁਹਾਡਾ ਵੈਲਿਡ ਪ੍ਰੂਫ ਮੰਨਿਆ ਜਾਏਗਾ। ਹਾਂ। ਓਕੇ, ਸੋ ਇਹ ਹੋ ਗਿਆ ਸਾਰਾ ਡਾਕੂਮੈਂਟਸ ਦਾ। ਹਾਂਜੀ। ਤੇ ਇਹਦੇ ਵਾਸਤੇ ਇਹਦੇ ਵਿੱਚ ਮੈਂ ਇੱਕ ਇੱਥੇ ਹੋਰ ਐਡ ਕਰਾਂਗਾ ਕਿ ਇਹ ਵਾਲੇ ਜਿਹੜੇ ਡਾਕੂਮੈਂਟਸ ਹਨ ਇਹ ਉਹਨਾਂ ਵਾਸਤੇ ਨੇ ਜਿਨ੍ਹਾਂ ਦੀ ਇੰਡੀਅਨ ਸਿਟੀਜ਼ਨਸ਼ਿਪ ਹੈ। ਓਕੇ, ਇੰਡੀਅਨ ਸਿਟੀਜ਼ਨ ਹੈਗੇ ਨੇ ਤੇ ਨਾਲ ਬਾਹਰ ਵੀ ਰਹਿੰਦੇ ਨੇ, ਉਹਨਾਂ ਨੂੰ ਇਹ ਡਾਕੂਮੈਂਟ ਐਪਲੀਕੇਬਲ ਨੇ। ਸ਼ੋਰ। ਹੁਣ ਜਿਨ੍ਹਾਂ ਦੀ ਇੰਡੀਅਨ ਸਿਟੀਜ਼ਨਸ਼ਿਪ ਨਹੀਂ ਹੈ, ਜਿਹੜੇ ਕੋ ਫੋਰਨ ਸਿਟੀਜ਼ਨਸ਼ਿਪ ਹੈਗੀ ਉਹਨਾਂ ਕੋਲ, ਉਹਨਾਂ ਨੂੰ ਕੁਝ ਐਡੀਸ਼ਨਲ ਇਹ ਤਾਂ ਡਾਕੂਮੈਂਟ ਦੇਣੇ ਹੀ ਦੇਣੇ ਨੇ, ਕੁਝ ਐਡੀਸ਼ਨਲ ਡਾਕੂਮੈਂਟ ਦੇਣੇ ਨੇ। ਐਡੀਸ਼ਨਲ ਡਾਕੂਮੈਂਟ ਕੀ ਨੇ ਕਿ ਸਪੋਜ਼ ਉਹ ਬੰਦੇ ਦੀ ਇੱਥੇ ਇੰਪਲੋਇਮੈਂਟ, ਜੇ ਇੰਪਲੋਇਮੈਂਟ ਹੈ ਤਾਂ ਉਹਨਾਂ ਨੇ ਆਪਣਾ ਇੰਪਲੋਇਰ ਦਾ ਇੱਕ ਸਰਟੀਫਿਕੇਟ ਦੇਣਾ ਇੰਪਲੋਇਮੈਂਟ। ਦੂਸਰਾ ਉਹਨਾਂ ਨੇ ਆਪਣੇ ਇੰਪਲੋਇਰ ਕੋਲੋਂ ਉਹਨਾਂ ਦੇ ਐਡਰੈਸ ਦੇ ਪਾਰਟਿਕੂਲਰਸ ਦੇਣੇ ਨੇ ਬਾਈ ਦਾ ਇੰਪਲੋਇਰ। ਤੀਸਰਾ ਇੰਪਲੋਇਰ ਦੇ ਪੈਨ ਕਾਰਡ ਡਿਟੇਲਸ ਉਹਨਾਂ ਨੇ ਦੇਣੀਆਂ ਨੇ। ਇਹ 2-3 ਚੀਜ਼ਾਂ ਜਿਹੜੀਆਂ ਨੇ ਓਵਰ ਐਂਡ ਅਬਵ ਜਿਹੜੀਆਂ ਮੈਂ ਅੱਗੇ ਤੁਹਾਨੂੰ ਕਹੀਆਂ ਨੇ, ਜਿਹੜੇ ਇੰਡੀਅਨ ਸਿਟੀਜ਼ਨ ਨਹੀਂ ਹੈਗੇ, ਜਿਹੜੇ ਫੋਰਨ ਸਿਟੀਜ਼ਨ ਨੇ, ਉਹ ਇਹਦੇ ਨਾਲ ਅਟੈਚ ਕਰਨਗੇ ਤੇ ਤਾਂ ਉਹ ਜਿਹੜੀ ਐਪਲੀਕੇਸ਼ਨ ਹੈ ਉਹ ਵੈਲਿਡ ਹੋ ਜਾਏਗੀ। ਮਤਲਬ ਜਿਹੜੇ ਇੰਡੀਆ ਦੀ ਸਿਟੀਜ਼ਨਸ਼ਿਪ ਹੋਲਡ ਨਹੀਂ ਕਰਦੇ, ਫੋਰਨ ਦੇ ਸਿਟੀਜ਼ਨਸ ਨੇ, ਉਹਨਾਂ ਨੂੰ ਆਪਣੇ ਇੰਪਲੋਇਰ ਤੋਂ ਇਹ ਡਿਟੇਲਸ ਲੈਣੀਆਂ ਪੈਣਗੀਆਂ। ਬਿਲਕੁਲ। ਕਿ ਉਹ ਇਹ ਗੱਲ ਪ੍ਰੂਵ ਕਰੇਗਾ ਕਿ ਉੱਥੇ ਉਹ ਇੰਪਲੋਇਰ ਦੇ ਕੋਲ ਕੰਮ ਕਰਦੇ ਨੇ। ਬਸ। ਤੇ ਜੇ ਕੋਈ ਉੱਥੇ ਆਪਣਾ ਕੋਈ ਬਿਜ਼ਨਸ ਕਰਦਾ ਹੈ, ਕੋਈ ਪ੍ਰੋਫੈਸ਼ਨਲ ਹੈ, ਕਿਸੇ ਇੰਪਲੋਇਰ ਦੇ ਕੋਲ ਨਹੀਂ ਹੈ, ਉਹਦਾ ਆਪਣਾ ਕੰਪਨੀ ਹੈ ਜਾਂ ਆਪਣਾ ਕੰਮ ਹੈ, ਦੈਨ ਵਾਟ? ਫਿਰ ਉਹ ਦੇਖੋ ਉੱਥੇ ਉਹਨੇ ਪ੍ਰਾਪਰਟੀ ਇੱਥੇ ਹਾਇਰ ਕੀਤੀ ਹੋਏਗੀ, ਲੀਜ਼ ਤੇ ਲਈ ਹੋਏਗੀ, ਜਾਂ ਪ੍ਰਾਪਰਟੀ ਪਰਚੇਸ ਕੀਤੀ ਹੋਏਗੀ। ਫਿਰ ਜਾਂ ਤੇ ਉਸ ਦਾ ਲੀਜ਼ ਡੀਡ ਦੇਣਾ ਪਏਗਾ ਤੇ ਜਾਂ ਜਿਹੜੀ ਪ੍ਰਾਪਰਟੀ ਦੀ ਰਜਿਸਟਰੀ ਹੈ ਜਿੱਥੋਂ ਇਹ ਪ੍ਰੂਵ ਹੋ ਜਾਏ ਕਿ ਵਾਟ ਇਜ਼ ਦਾ ਐਡਰੈਸ ਪ੍ਰੂਫ ਚਾਹੀਦਾ ਉਹਦੇ ਵਾਸਤੇ। ਰਾਈਟ। ਮਤਲਬ ਇੰਡੀਆ ਦੇ ਵਿੱਚ ਬਾਹਰ ਦਾ ਸਾਰਾ ਐਡਰੈਸ ਪ੍ਰੂਫ। ਹਾਂ, ਬਿਲਕੁਲ। ਮਤਲਬ ਤੁਹਾਡੀ ਆਈਡੈਂਟੀਟੀ ਐਂਡ ਤੁਹਾਡੀ ਐਡਰੈਸ ਪ੍ਰੂਫ, ਇਹ ਡਾਕੂਮੈਂਟਸ ਵਾਸਤੇ ਮਸਟ ਨੇ। ਨਾਲ 2 ਫੋਟੋਗ੍ਰਾਫਸ, ਤੁਹਾਡਾ OCI ਕਾਰਡ,
ਔਰ ਜਿਹੜਾ ਅਦਰ ਦੈਨ ਤੁਹਾਡਾ ਹੈਗਾ ਫੋਰਨ ਸਿਟੀਜ਼ਨ ਜਿਹੜਾ ਹੈਗਾ ਉਹਦੇ ਵਾਸਤੇ ਜਿਹੜੀਆਂ ਮੈਂ ਤੁਹਾਨੂੰ 2-3 ਚੀਜ਼ਾਂ ਕਹੀਆਂ ਨੇ ਉਹ ਐਡ ਹੋਣਗੀਆਂ ਤੇ ਤੁਹਾਡੀ ਉਹ ਵੈਲਿਡ ਹੋ ਜਾਏਗੀ ਔਰ ਚਾਹੇ ਤੁਸੀਂ ਆਨਲਾਈਨ ਅਪਲਾਈ ਕਰਦੇ ਹੋ ਚਾਹੇ ਆਫਲਾਈਨ ਅਪਲਾਈ ਕਰਦੇ ਹੋ ਬਿਲਕੁਲ ਤੁਹਾਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਬਿਲਕੁਲ ਸੋ ਇਹਦੇ ਚ 2 ਚੀਜ਼ਾਂ ਜਦੋਂ ਆਨਲਾਈਨ ਅਪਲਾਈ ਕਰਦੇ ਹੋ ਤੁਹਾਨੂੰ ਸਾਰਾ ਪੋਰਟਲ ਗਾਈਡ ਕਰਦਾ ਰਹਿੰਦਾ ਹੈ ਜਿੱਥੇ ਤੁਸੀਂ ਵਿਜ਼ਿਟ ਕਰਦੇ ਹੋ ਉਹ ਵੈਬਸਾਈਟ ਦੇ ਉੱਤੇ ਜਾ ਕੇ ਪਰ ਜਦੋਂ ਆਫਲਾਈਨ ਤੁਸੀਂ ਅਪਲਾਈ ਕਰਦੇ ਹੋ ਦੈਨ ਵਾਟਸ ਦਾ ਪ੍ਰੋਸੀਜਰ ਕਿੰਨਾਂ ਦੇ ਥਰੂ ਆਫਲਾਈਨ ਜਾ ਸਕਦੇ ਹੋ ਮੈਂ ਤੁਹਾਨੂੰ ਦੱਸਿਆ ਨਾ ਕਿ ਗਵਰਨਮੈਂਟ ਆਫ ਇੰਡੀਆ ਨੇ NSDL ਤੇ UTI ਦੇ ਸਰਵਿਸ ਸੈਂਟਰ ਬਣਾਏ ਹੋਏ ਨੇ ਤੁਸੀਂ ਉੱਥੇ ਜਾਓਗੇ ਉਹ ਤੁਹਾਨੂੰ ਫਾਰਮ ਦੇਣਗੇ ਉਹ ਵਾਈ ਤੁਸੀਂ ਫਾਰਮ ਫਾਈਲ ਭਰ ਕੇ ਤੇ ਉਹਨਾਂ ਨੂੰ ਹੀ ਸਬਮਿਟ ਕਰੋਗੇ ਉਹ ਵਾਈ ਅੱਗੋਂ ਇਨਟੇਕ ਅਪ ਕਰਨਗੇ ਇਹ ਜਿਹੜੇ ਸੈਂਟਰਸ ਨੇ ਇਹ ਡਿਫਰੈਂਟ ਕੰਟਰੀਜ਼ ਦੇ ਵਿੱਚ ਬਣਾਏ ਗਏ ਨੇ ਨਹੀਂ ਉਹ ਜਿਹੜੇ ਸੈਂਟਰ ਇੰਡੀਆ ਦੇ ਵਿੱਚ ਨੇ ਬਾਈ ਪੋਸਟ ਤੁਸੀਂ ਭੇਜੋ ਬਾਈ ਪੋਸਟ ਭੇਜ ਸਕਦੇ ਓਕੇ ਮਤਲਬ ਤੁਸੀਂ ਉਹਨਾਂ ਨੂੰ ਫੋਨ ਦੇ ਉੱਤੇ ਕੰਟੈਕਟ ਕਰੋਗੇ ਹਾਂਜੀ ਉਹਨਾਂ ਨੂੰ ਤੁਸੀਂ ਉੱਥੋਂ ਭੇਜ ਦਿਓ ਸਾਰੇ ਡਾਕੂਮੈਂਟ ਉਹ ਤੁਹਾਨੂੰ ਪ੍ਰੋਸੈਸ ਕਰ ਦੇਣਗੇ ਉਹ ਦੋਨੋਂ ਤਰਫ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਇਹਦੇ ਵਾਸਤੇ ਜੋ ਜ਼ਰੂਰੀ ਤੌਰ ਤੇ ਕਿਉਂਕਿ ਕੋਈ ਵੀ ਕੰਮ ਹੋਏਗਾ ਉਹਦੇ ਵਾਸਤੇ ਗਵਰਨਮੈਂਟ ਦੀ ਕੋਈ ਫੀਸ ਤਾਂ ਹੋਏਗੀ ਕੋਈ ਚਾਰजेस ਤੇ ਹੋਣਗੇ ਹੀ ਬਿਲਕੁਲ ਤੇ ਇਹ ਆਨਲਾਈਨ ਤੇ ਆਫਲਾਈਨ ਦੋਵਾਂ ਦੀ ਫੀਸ ਸੇਮ ਹੈ ਜਾਂ ਡਿਫਰੈਂਟ ਹੈ ਔਰ ਨਹੀਂ ਇਹਦੇ ਵਿੱਚ ਸਿਰਫ ਡਿਸਟਿੰਕਸ਼ਨ ਇਹ ਹੈ ਕਿ ਵੈਸੇ ਤੇ NRI ਦੀ ਜਿਹੜੀ ਫੀਸ ਹੈ ਉਹ ਹੈ 110 ਰੁਪੀਸ ਜੀ ਤੇ ਜੇ ਤੁਸੀਂ ਆਪਣਾ ਐਡਰੈਸ ਦਿੰਦੇ ਹੋ ਫੋਰਨ ਦਾ ਬਾਹਰ ਦਾ ਐਡਰੈਸ ਦਿੰਦੇ ਹੋ ਕਿ ਦੈਟ ਪੈਨ ਕਾਰਡ ਟੂ ਬੀ ਡਿਲੀਵਰਡ ਦੇਅਰ ਫਿਰ ਉਹਦਾ ਹੈਗਾ 1020 ਰੁਪਏ 1020 ਰੁਪਏ 1020 ਬਟ ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿ ਇਹ ਪੇਮੈਂਟ ਤੁਸੀਂ ਕੈਸ਼ ਨਹੀਂ ਕਰ ਸਕਦੇ ਈਦਰ ਤੁਸੀਂ ਆਪਣਾ ਡੈਬਿਟ ਜਾਂ ਕ੍ਰੈਡਿਟ ਕਾਰਡ ਯੂਜ਼ ਕਰਨਾ ਹੈ ਜਾਂ ਇਟ ਹੈਜ਼ ਟੂ ਬੀ ਅ ਬੈਂਕ ਟ੍ਰਾਂਸਫਰ ਜਾਂ ਤੁਸੀਂ ਉੱਥੋਂ ਕੋਈ ਡਰਾਫਟ ਬਣਾ ਕੇ ਭੇਜਣਾ ਬਟ ਕੈਸ਼ ਨਹੀਂ ਹੋਏਗਾ ਇਟ ਵਿਲ ਬੀ ਆਲਵੇਜ਼ ਤੁਸੀਂ ਆਪਣੀ ਡੈਬਿਟ ਕਾਰਡ ਯੂਜ਼ ਕਰ ਲਓ ਕ੍ਰੈਡਿਟ ਕਾਰਡ ਯੂਜ਼ ਕਰ ਲਓ ਜਾਂ ਬੈਂਕ ਟ੍ਰਾਂਸਫਰ ਕਰ ਲਓ ਠੀਕ ਹੈ ਨਾ ਜੀ ਸੋ ਦਿਸ ਇਜ਼ ਅ ਵੈਰੀ ਪੈਟੀ ਅਮਾਊਂਟ ਜਿਹੜੀ ਤੁਸੀਂ ਪੈਨ ਕਾਰਡ ਵਾਸਤੇ ਅਪਲਾਈ ਮਤਲਬ ਡਿਜੀਟਲ ਪੇਮੈਂਟ ਹੈ ਨਾਟ ਕੈਸ਼ ਪੇਮੈਂਟ ਨਾ ਕੈਸ਼ ਪੇਮੈਂਟ ਨਹੀਂ ਓਕੇ ਸੋ ਇਹ ਫੀਸ ਜਿਹੜੀ ਹੈ ਦੋਵਾਂ ਥਾਂ ਤੇ ਡਿਫਰੈਂਟ ਹੈ ਬਿਲਕੁਲ ਸੋ ਜਦੋਂ ਅਸੀਂ ਆਨਲਾਈਨ ਅਪਲਾਈ ਕਰਦੇ ਹਾਂ ਉਦੋਂ ਤੇ ਆਫਲਾਈਨ ਅਪਲਾਈ ਕਰਦੇ ਹਾਂ ਉਹ ਵੀ ਫੀਸ ਸੇਮ ਹਾਂਜੀ ਬਿਲਕੁਲ ਫੀਸ ਇਜ਼ ਸੇਮ ਲੇਕਿਨ ਉਹ ਫਰਕ ਇੱਥੇ ਪਏਗਾ ਕਿ ਉਹ ਇੰਡੀਆ ਦਾ ਬੰਦਾ ਹੈ ਜਾਂ ਇੰਡੀਆ ਦਾ ਬੰਦਾ ਨਹੀਂ ਹੈ ਬਿਲਕੁਲ ਇੱਥੇ ਫਰਕ ਪੈਂਦਾ ਹੈ ਸੋ ਇਹ ਟੋਟਲ ਜਿਹੜਾ ਪ੍ਰੋਸੈਸ ਹੈ ਇਹਨੂੰ ਕਿੰਨਾ ਸਮਾਂ ਲੱਗ ਜਾਂਦਾ ਹੈ ਕਾਲਰ ਸਾਹਿਬ ਦੇਖੋ ਜੇ ਤੁਹਾਡੀ ਐਪਲੀਕੇਸ਼ਨ ਬਿਲਕੁਲ ਇਨ ਆਰਡਰ ਹੈ ਤੇ ਪੈਨ ਹਫਤੇ 10 ਦਿਨ 15 ਦਿਨ ਚ ਵੀ ਆ ਜਾਏਗਾ ਲੋਕਾਂ ਦੇ ਪੈਨ ਆਨਲਾਈਨ ਜਿਨ੍ਹਾਂ ਨੇ ਕੀਤਾ 2-2 4-4 ਦਿਨ ਚ ਵੀ ਆ ਜਾਂਦੇ ਨੇ ਬਟ ਮੈਕਸਿਮਮ ਤੁਸੀਂ 5-7 10 ਦਿਨ 15 ਦਿਨ ਲੈ ਕੇ ਚੱਲ ਸਕਦੇ ਹੋ ਕੋਈ ਲੰਬਾ ਪ੍ਰੋਸੀਜਰ ਨਹੀਂ ਹੈਗਾ ਓਕੇ ਨਾਟ ਮੋਰ ਦੈਨ 1 ਮੰਥ ਨਾ ਮਹੀਨਾ ਤੇ ਬਹੁਤ ਜ਼ਿਆਦਾ ਹੈ ਮਹੀਨਾ ਤਾਂ ਜੇ ਉਹ ਤੁਹਾਨੂੰ ਕੋਈ ਆਬਜੈਕਸ਼ਨ ਲਗਾਉਂਦੇ ਨੇ ਤੁਸੀਂ ਆਬਜੈਕਸ਼ਨ ਤੁਸੀਂ ਦੂਰ ਕਰਦੇ ਹੋ ਫਿਰ ਉਹ ਤੁਹਾਡੇ ਤੁਸੀਂ ਦੁਬਾਰਾ ਉਹਨੂੰ ਰੀਫਾਈਲ ਕਰਦੇ ਹੋ ਬਟ ਜੇ ਤੁਹਾਡੀ ਐਪਲੀਕੇਸ਼ਨ ਐਪਰੋਪ੍ਰੀਏਟ ਹੈ ਸਾਰੇ ਵੱਲੋਂ ਠੀਕ ਹੈ ਤੇ 5-7 10-15 ਦਿਨ ਚ ਪੈਨ ਆ ਜਾਂਦਾ ਓਕੇ ਸੋ ਆਪਾਂ ਇੰਨਾ ਕੁਝ ਕੀਤਾ ਇੰਨੀ ਮਿਹਨਤ ਕੀਤੀ ਔਰ ਇਹ ਸਭ ਕੁਝ ਕੀਤਾ ਪੈਨ ਕਾਰਡ ਆ ਗਿਆ ਹਾਂਜੀ ਹੁਣ ਉਹਦਾ ਕਰਨਾ ਕੀ ਹੈ ਉਹਦਾ ਬੈਨੀਫਿਟ ਕੀ ਹੈ ਉਹਦਾ ਫਾਇਦਾ ਕੀ ਹੈ ਸੰਜੀਵ ਜੀ ਬੈਨੀਫਿਟ ਹੀ ਪੈਨ ਕਾਰਡ ਬਿਨਾਂ ਤੇ ਗੱਡੀ ਅੱਗੇ ਚੱਲ ਹੀ ਨਹੀਂ ਸਕਦੀ ਹੁਣ ਫਰਜ਼ ਕਰ ਲਓ ਤੁਸੀਂ ਬੈਂਕ ਜਾਣਾ ਤੁਹਾਡੇ ਜਿਹੜੇ ਬੈਂਕ ਅਕਾਊਂਟ ਨੇ ਉਹਨਾਂ ਦੇ KYC ਤੁਸੀਂ ਅਪਡੇਟ ਕਰਨੇ ਨੇ ਪੈਨ ਇਜ਼ ਅ ਮਸਟ ਇਮੀਡੀਏਟ ਅਪਡੇਟ ਹੋ ਜਾਂਦੇ ਨੇ ਫਿਰ ਤੁਸੀਂ ਫਰਜ਼ ਕਰ ਲਓ ਇੱਥੋਂ ਕੋਈ ਪ੍ਰਾਪਰਟੀ ਪਰਚੇਜ਼ ਕਰਨੀ ਹੈ ਜਾਂ ਤੁਸੀਂ ਕਿਸੇ ਕਿਸਮ ਦੀ ਕੋਈ NRI ਡਿਪੋਜ਼ਿਟ ਤੁਸੀਂ ਆਪਣੇ ਬੈਂਕ ਵਿੱਚ ਕਰਨਾ ਹੈ ਉਹ ਸਾਰੀਆਂ ਗੱਲਾਂ ਵਾਸਤੇ ਤੁਹਾਨੂੰ ਪੈਨ ਕਾਰਡ ਚਾਹੀਦਾ ਹੈ ਐਂਡ ਅਲਟੀਮੇਟਲੀ ਜਿਸਲੇ ਤੁਸੀਂ ਆਪਣੀ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਰਿਟਰਨ ਫਾਈਲ ਕਰਨੀ ਆਪਣੀ ਤੁਹਾਡੀ ਟੈਕਸੇਬਲ ਉਹ ਪੈਨ ਕਾਰਡ ਬਿਨਾਂ ਰਿਟਰਨ ਨਹੀਂ ਫਾਈਲ ਹੋ ਸਕਦੀ ਸੋ ਪੈਨ ਕਾਰਡ ਇਜ਼ ਅ ਮਸਟ ਫॉर ਐਵਰੀਥਿੰਗ ਪਾਰਟਿਕੂਲਰਲੀ ਪ੍ਰਾਪਰਟੀ ਪਰਚੇਜ਼ ਕਰਨ ਵਾਸਤੇ ਤੁਹਾਡੇ ਕੀ ਕਹਿੰਦੇ ਨੇ ਰਿਟਰਨ ਫਾਈਲ ਕਰਨ ਵਾਸਤੇ ਤੁਹਾਡੇ KYC ਅਪਡੇਟ ਕਰਨ ਵਾਸਤੇ ਤੁਹਾਡੀ ਇਹੋ ਜਿਹੀਆਂ ਸਾਰੀਆਂ ਗੱਲਾਂ ਕਰਨ ਵਾਸਤੇ तो पैन कार्ड जो है वो एक ਮਸਟ ਡਾਕੂਮੈਂਟ ਯੂ ਮਸਟ ਹੈਵ ਇਟ ਮਸਟ ਡਾਕੂਮੈਂਟ ਸੋ ਇਹਦੇ ਵਾਸਤੇ ਕੋਈ ਸਪੈਸੀਫਿਕ ਗਾਈਡਲਾਈਨਸ ਦੇ ਤਾਂ ਆਪਾਂ ਸਾਰੀਆਂ ਗੱਲਾਂ ਕਰ ਲਈਆਂ ਇਹ ਇਨ ਜਨਰਲ ਆਪਾਂ ਨੂੰ ਲੱਗ ਰਹੀਆਂ ਨੇ ਪਰ ਕੁਝ ਸਪੈਸ਼ਲ ਗਾਈਡਲਾਈਨਸ ਵੀ ਹਾਂ ਗਾਈਡਲਾਈਨਸ ਇਹ ਨੇ ਕਿ ਇੱਕ ਤੇ ਤੁਸੀਂ ਜਿਹੜੀ ਐਪਲੀਕੇਸ਼ਨ ਟੋਟਲ ਹੈ ਜਿਹੜੀ ਤੁਸੀਂ ਆਫਲਾਈਨ ਤੁਸੀਂ ਫਾਈਲ ਕਰਦੇ ਹੋ ਜੀ that has to be in black pen black pen then ਉਹ ਬੋਲਡ ਲੈਟਰ 'ਚ ਹੋਣੀ ਚਾਹੀਦੀ ਹੈ ਫਿਰ ਉਹਦੇ ਨਾਲ ਸੰਜੀਵ ਜੀ ਬੜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਤੁਸੀਂ ਐਡਰੈਸ ਪ੍ਰੂਫ ਜਾਂ ਜਿਹੜੀ ਹੋਰ ਆਈਡੈਂਟੀਫਿਕੇਸ਼ਨ ਵਾਸਤੇ ਜਿਹੜੀਆਂ ਤੁਸੀਂ ਡਾਕੂਮੈਂਟ ਅਟੈਚ ਕਰਦੇ ਹੋ ਉਹ ਵਾਲੇ ਡਾਕੂਮੈਂਟ ਤੁਹਾਡੀ ਐਪਲੀਕੇਸ਼ਨ ਦੇ ਨਾਲ ਬਿਲਕੁਲ ਹੂਬਹੂ ਮੈਚ ਕਰਨੇ ਚਾਹੀਦੇ ਨੇ ਕਿਉਂਕਿ ਮੈਂ ਅੱਗੇ ਤੋਂ ਤੁਸੀਂ ਮੈਨੂੰ ਪਿੱਛੇ ਹੁਣ ਕੁਐਸਚਨ ਕੀਤਾ ਸੀ ਕਿ ਕਿੰਨਾ ਟਾਈਮ ਤੁਹਾਨੂੰ ਲੱਗ ਜਾਂਦਾ ਫਰਜ਼ ਕਰ ਲਓ ਉਹਨਾਂ ਡਾਕੂਮੈਂਟਸ ਦੇ ਵਿੱਚ ਕੋਈ ਫਰਕ ਆ ਜਾਂਦਾ ਤੇ ਉਹ ਆਬਜੈਕਸ਼ਨ ਲਾ ਕੇ ਭੇਜ ਦੇਣਗੇ ਤੁਸੀਂ ਉਹਨੂੰ ਦੁਬਾਰਾ ਫਾਈਲ ਕਰੋਗੇ
ਸੋ ਇਸ ਕਰਕੇ ਜਿਹੜੇ ਡਾਕੂਮੈਂਟਸ ਹੈਗੇ ਨੇ ਉਹ ਤੁਸੀਂ ਬਿਲਕੁਲ ਜਿਹੜੇ ਅਟੈਚ ਕਰਦੇ ਹੋ ਉਹ ਤੁਹਾਡੀ ਜਿਹੜੀ ਐਪਲੀਕੇਸ਼ਨ ਫਾਰਮ ਨਾਲ ਹੂਬਰੂ ਉਹ ਮੈਚ ਕਰਨੇ ਚਾਹੀਦੇ ਨੇ, ਅਦਰਵਾਈਜ਼ ਉਹ ਤੁਹਾਨੂੰ ਆਬਜੈਕਸ਼ਨ ਲੱਗ ਕੇ ਆ ਜਾਏਗਾ। ਓਕੇ, ਹਾਂ। ਸੋ ਇਸ ਸਪੈਸੀਫਿਕ ਗਾਈਡਲਾਈਨਸ ਇਹ ਨੇ, ਬਲੈਕ ਪੈਨ ਐਂਡ ਉਹ ਜਿਹੜੀ ਪਾਰਟਿਕੂਲਰਸ ਨੇ ਉਹ ਬੋਲਡ ਮੈਚ ਲੈਟਰ ਔਰ ਤੁਹਾਡੀ ਮੈਚਿੰਗ ਜਿਹੜੀ ਹੈ ਉਹ ਬਿਲਕੁਲ ਤੁਹਾਡੇ ਡਾਕੂਮੈਂਟਸ ਦੇ ਨਾਲ ਹੋਣੀ ਚਾਹੀਦੀ ਹੈ। ਬਲੈਕ ਪੈਨ, ਬੋਲਡ ਲੈਟਰਸ, bold। ਕੈਪੀਟਲ, ਹਾਂ, ਬੋਲਡ, ਕੈਪੀਟਲ ਲੈਟਰਸ। ਹਾਂਜੀ ਹਾਂਜੀ। ਸੋ ਸਾਰੀ ਡਾਕੂਮੈਂਟਸ ਜੋ ਨੇ ਤੁਹਾਨੂੰ ਦੱਸ ਦਿੱਤੇ ਗਏ, ਕਿੱਦਾਂ ਅਪਲਾਈ ਕਰਨਾ ਹੈ ਉਹ ਵੀ ਦੱਸ ਦਿੱਤਾ ਗਿਆ, ਔਰ ਸਾਰੀ ਇਨਫੋਰਮੇਸ਼ਨ ਮੈਚ ਕਰਨੀ ਚਾਹੀਦੀ ਹੈ, ਕਿਤੇ ਵੀ ਕੋਈ ਗੜਬੜ ਨਹੀਂ, ਕਿਉਂਕਿ ਜੋ ਆਬਜੈਕਸ਼ਨ ਲੱਗ ਗਈ ਫਿਰ ਟਾਈਮ ਤੁਹਾਨੂੰ ਦੇਣਾ ਪਏਗਾ। ਇਸ ਕਰਕੇ ਹਰ ਚੀਜ਼ ਬੜੇ ਧਿਆਨ ਨਾਲ ਫਾਈਲ ਕਰਨ ਤੋਂ ਪਹਿਲਾਂ ਕਿਸੇ ਨੂੰ ਕੰਸਲਟ ਕਰ ਲਓ ਜੇ ਆਪ ਨੂੰ ਨਹੀਂ ਪਤਾ ਲੱਗਦਾ ਪਿਆ, ਬਟ ਕੋਈ ਗਲਤੀ ਨਹੀਂ ਕਰਨੀ। ਜਾਂ ਕਈ ਵਾਰ ਕੀ ਹੁੰਦਾ ਕਿ ਤੁਸੀਂ ਟਰਸਟ ਲੂਜ਼ ਕਰ ਜਾਂਦੇ ਹੋ, ਕਈ ਵਾਰ ਇਦਾਂ ਵੀ ਹੋ ਜਾਂਦਾ ਹੈ ਕਿ ਤੁਸੀਂ ਇਨਫੋਰਮੇਸ਼ਨ ਕਿਤੇ ਗਲਤ ਕਰ ਦਿੱਤੀ, ਟਰਸਟ ਲੂਜ਼ ਕਰ ਦਿੱਤਾ ਗਵਰਨਮੈਂਟ ਦਾ, ਤੇ ਗਵਰਨਮੈਂਟ ਨੇ ਅੱਗੋਂ ਸਟੈਪ ਲੈ ਲਿਆ ਤੇ ਤੁਹਾਨੂੰ ਉਹ ਡਾਕੂਮੈਂਟ ਇਸ਼ੂ ਨਹੀਂ ਹੋ ਰਿਹਾ ਔਰ ਤੁਸੀਂ ਮੁਸ਼ਕਿਲ 'ਚ ਪੈ ਗਏ। ਬਸ 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 ਬਸ। ਸੋ ਇਹ ਟਰਸਟ ਬਣਾ ਕੇ ਰੱਖੋ ਹਮੇਸ਼ਾ, ਔਰ ਟਰਸਟ ਦੇ ਉੱਤੇ ਇਹ ਸਾਰੀ ਗੇਮ ਚੱਲਦੀ ਆ। ਸੋ ਆਧਾਰ ਕਾਰਡ, ਅਸੀਂ ਬਾਰ-ਬਾਰ ਆਧਾਰ ਕਾਰਡ ਦਾ ਵੀ ਜ਼ਿਕਰ ਕਰਦੇ ਪਏ ਹਾਂ, ਪੈਨ ਕਾਰਡ ਦੇ ਨਾਲ ਆਧਾਰ ਕਾਰਡ ਦਾ ਜ਼ਿਕਰ ਕਰਦੇ ਪਏ ਹਾਂ। ਹਾਲਾਂਕਿ ਜੋ ਆਧਾਰ ਕਾਰਡ ਹੈ ਜੋ ਇੰਡੀਆ ਦੇ ਸਿਟੀਜ਼ਨਸ ਨੇ ਉਹਨਾਂ ਵਾਸਤੇ ਹੈ, ਜੋ ਫੋਰਨ ਦੇ ਸਿਟੀਜ਼ਨਸ ਨੇ ਉਹਨਾਂ ਵਾਸਤੇ ਨਹੀਂ ਹੈ। ਉਹਨਾਂ ਨੂੰ ਆਪਣੇ EMPLOYER ਕੋਲੋਂ ਜਾਂ ਹੋਰ ਬਾਕੀ ਪਰਟੀਕੂਲਰਸ ਲੈ ਕੇ ਆਪਣੀ ਆਈਡੈਂਟੀਟੀ, ਆਪਣਾ ਐਡਰੈਸ ਔਰ ਜੋ ਵੀ ਰਿਕੁਆਇਰਮੈਂਟਸ ਨੇ ਇੱਦਾਂ ਪੂਰੀਆਂ ਕਰਨੀਆਂ ਹੋਣਗੀਆਂ। ਸੋ ਫਿਰ ਵੀ ਜਿਨ੍ਹਾਂ ਕੋਲ ਆਧਾਰ ਕਾਰਡ ਦੇ ਨਾਲ ਪੈਨ ਕਾਰਡ ਦੋਵੇਂ ਨੇ, ਸੋ ਪੈਨ ਕਾਰਡ ਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੀ ਇਹ ਵੀ ਗੱਲ ਚੱਲਦੀ ਰਹੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਕਿ 30 ਜੂਨ ਡੇਟ ਦਿੱਤੀ ਗਈ ਕਿ ਉਦੋਂ ਤੱਕ ਸਭ ਕੁਝ ਲਿੰਕ ਹੋ ਜਾਣਾ ਚਾਹੀਦਾ। ਬਿਲਕੁਲ। ਪਰ ਕਈਆਂ ਦਾ ਲਿੰਕ ਨਹੀਂ ਹੋਇਆ, ਕਿਉਂਕਿ ਅਸੀਂ ਪੰਜਾਬੀ ਬਹੁਤ ਕਈ ਵਾਰ ਲੈਜਰ ਮੂਡ ਵਿੱਚ ਹੁੰਦੇ ਆ, ਉਹ ਹੋ ਜਾਏਗਾ, ਉਹ ਹੋ ਜਾਏਗਾ, ਉਹ ਡੇਟ ਲੰਘ ਗਈ, ਉਹ ਤੇਰੀ ਮੈਂ ਤੇ ਭੁੱਲ ਹੀ ਗਿਆ ਸੀ। ਬਿਲਕੁਲ ਠੀਕ ਗੱਲ। ਸੋ ਜਿਹੜੇ ਉਹ ਭੁੱਲ ਗਏ ਸੀ ਉਹਨਾਂ ਦਾ ਹੁਣ ਕੀ ਕਰੀਏ, ਜਿਹੜਾ ਨੇ ਲਿੰਕ ਨਹੀਂ ਕੀਤਾ, 30 ਜੂਨ ਬੀਤ ਗਈ, ਹੁਣ ਤੇ ਅਗਸਤ ਦਾ ਮਹੀਨਾ ਆ ਗਿਆ। ਮੈਂ ਦੱਸਣਾ ਚਾਹਾਂਗਾ ਸੰਜੀਵ ਜੀ, ਇਹਦੇ ਤੇ ਥੋੜਾ ਜਿਹਾ ਟਾਈਮ ਲਗਾਵਾਂਗਾ ਜੀ। NRI ਕੋਈ ਵੀ ਜਿਹੜਾ ਜਿਸ ਦਾ ਕੋਈ ਪੈਨ ਕਾਰਡ ਹੈ ਉਹਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਵਾਸਤੇ ਲਾਸਟ ਡੇਟ ਸੀ 30 ਜੂਨ ਜੀ, ਉਹ ਨਿਕਲ ਗਈ। ਹੁਣ NRI ਵਾਸਤੇ ਆਧਾਰ ਕਾਰਡ ਨਹੀਂ ਮਿਲਦਾ, ਬਟ ਦੇਰ ਆਰ ਕੇਸਿਸ ਕਿ ਜਿਹੜੇ ਫਰਜ਼ ਕਰ ਲਓ ਸਾਡੇ ਪੁਰਾਣੇ ਵੀਰ ਬਾਹਰ ਗਏ ਹੋਏ ਨੇ, ਅੱਜ ਦੀ ਡੇਟ 'ਚੋਂ NRI ਨੇ, ਬਟ ਜਦੋਂ ਇੱਥੋਂ ਗਏ ਨੇ ਉਹਨਾਂ ਕੋਲ ਆਧਾਰ ਕਾਰਡ ਸੀ, ਠੀਕ ਹੈ ਨਾ। ਜੇ ਤੇ ਉਹਨਾਂ ਨੇ NRI ਕਾਰਡ ਆਧਾਰ ਕਾਰਡ ਆਪਣਾ ਲਿੰਕ ਕਰਵਾ ਲਿਆ, ਠੀਕ ਹੈ। ਜੇ ਫਰਜ਼ ਕਰ ਲਓ ਕੋਈ ਨਵਾਂ NRI ਹੈ ਜਿਹਨੇ ਆਧਾਰ ਕਾਰਡ ਜਿਹਦੇ ਕੋਲ ਨਹੀਂ ਹੈਗਾ ਜੀ, ਔਰ ਉਹ ਦੇਖੋ ਜੇ ਆਧਾਰ ਕਾਰਡ ਨਹੀਂ ਹੈਗਾ ਤਾਂ ਉਹ ਲਿੰਕ ਨਹੀਂ ਹੋਏਗਾ। ਜੇ ਲਿੰਕ ਨਹੀਂ ਹੋਏਗਾ ਤੇ ਜਿਹੜਾ ਆਧਾਰ ਕਾਰਡ ਜਿਹੜੀ ਡੇਟ ਹੈ 30 ਜੂਨ ਉਹ ਐਕਸਪਾਇਰ ਹੋ ਗਈ। ਇਹਦਾ ਮਤਲਬ ਉਹ ਜਿਹੜਾ ਪੈਨ ਪਾਰਟਿਕੂਲਰ ਹੈ ਉਹ ਇਨਓਪਰੇਟਿਵ ਹੋ ਜਾਏਗਾ। ਯੈਸ, ਜੇ ਇਨਓਪਰੇਟਿਵ ਹੋ ਜਾਏਗਾ ਤੇ ਕਨਸੀਕੁਐਂਸਸ ਫੋਲੋ। ਯੈਸ। ਅੱਛਾ, ਹੁਣ ਇਹਦੇ ਵਿੱਚ ਕੀ ਹੋਏਗਾ ਕਿ ਜਿਨ੍ਹਾਂ ਦੇ ਤੇ ਸੰਜੀਵ ਜੀ ਹੁਣ ਦੋ ਕੈਟੇਗਰੀਜ਼ ਨੇ। ਪਹਿਲੀ ਕੈਟੇਗਰੀ ਤੇ ਇਹ ਹੈ ਕਿ ਜਿਨ੍ਹਾਂ ਦਾ ਆਧਾਰ ਔਰ ਜਿਨ੍ਹਾਂ ਨੂੰ ਐਗਜ਼ੰਪਸ਼ਨ ਉਹਨਾਂ ਨੂੰ ਹੈ ਜਿਹੜੇ NRI ਨੇ। ਹੁਣ ਜਿਹੜੇ NRI ਵੀ ਨੇ ਜਿਨ੍ਹਾਂ ਕੋਲ ਆਧਾਰ ਹੈ ਉਹ ਤੇ ਚਲੋ ਕੰਮ ਚੱਲ ਜਾਏਗਾ, ਉਹਨਾਂ ਦਾ ਤੇ ਆਪਸ 'ਚ ਤੁਸੀਂ ਲਿੰਕ ਅਪ ਕਰਤਾ। ਜੇ ਉਹ ਵਨ ਰੀਜ਼ਨ ਔਰ ਦੀ ਅਦਰ ਉਹਨਾਂ ਨੇ ਲਿੰਕ ਅਪ ਨਹੀਂ ਕੀਤਾ ਤਾਂ ਵਿਦ ਅ ਪੈਨਲਟੀ ਉਹ ਅੱਜ ਦੀ ਡੇਟ 'ਚ ਵੀ ਹੋ ਸਕਦਾ ਜੀ, ਠੀਕ ਹੈ ਜੀ। ਹੁਣ ਅਸੀਂ ਉਹ ਬੰਦੇ ਆ ਗਏ ਜਿਨ੍ਹਾਂ ਨੂੰ ਐਗਜ਼ੰਪਸ਼ਨ ਹੈ, ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈਗਾ। ਜੇ ਆਧਾਰ ਕਾਰਡ ਨਹੀਂ ਹੈਗਾ ਤੇ ਹੁਣ ਦੇਖਣਾ ਇਹ ਵੇ ਕਿ ਅਸੀਂ ਆਪਣੇ ਪੈਨ ਨੂੰ ਐਕਟਿਵ ਕਿਸ ਤਰ੍ਹਾਂ ਰੱਖਣਾ। ਉਹਦੇ ਵਾਸਤੇ ਜਿਨ੍ਹਾਂ ਕੋਲ ਤੇ ਆਲਰੇਡੀ ਪੈਨ ਹੈ ਜੀ, ਪੈਨ ਹੈ, ਉਹਨਾਂ ਨੇ ਇੱਕ ਐਪਲੀਕੇਸ਼ਨ ਮੂਵ ਕਰਨੀ ਹੈ ਡਿਪਾਰਟਮੈਂਟ ਨੂੰ, ਟੂ ਦਾ ਅਸੈਸਿੰਗ ਆਫਿਸਰ, ਟੂ ਦਾ ਟੈਕਸ ਆਫਿਸਰ, ਕਿ ਮੇਰੇ ਕੋਲ ਇਹ ਪੈਨ ਕਾਰਡ ਹੈ, ਮੈਂ NRI ਹਾਂ, ਇਹ ਮੇਰਾ ਪਾਸਪੋਰਟ ਦੀ ਕਾਪੀ ਹੈ ਤੇ ਮੇਰਾ ਸਟੇ ਇਨ ਇੰਡੀਆ ਪਿਛਲੇ ਸਾਲਾਂ 'ਚ ਅਕੋਰਡਿੰਗ ਟੂ ਦਾ ਕ੍ਰਾਈਟੀਰੀਆ ਇਹ ਸੀ। ਉਹ ਜਿਸਲੇ ਤੁਸੀਂ ਐਪਲੀਕੇਸ਼ਨ ਤੁਸੀਂ ਟੈਕਸ ਆਫਿਸਰ ਨੂੰ ਫਾਈਲ ਕਰ ਦਿੰਦੇ ਹੋ, ਉਹ ਤੁਹਾਡੇ ਜਿਹੜੇ ਸਾਰੇ ਪਾਰਟਿਕੂਲਰਸ ਨੇ ਉਹ ਵੈਰੀਫਾਈ ਕਰਦਾ। ਐਂਡ ਇਫ ਦੋਜ਼ ਪਾਰਟਿਕੂਲਰਸ ਆਰ ਵੈਰੀਫਾਈਡ, ਉਹ ਵੈਰੀਫਾਈ ਹੋਣ ਤੇ ਉਹ ਤੁਹਾਨੂੰ ਤੁਹਾਡਾ ਜਿਹੜਾ ਪੈਨ ਕਾਰਡ ਹੈ ਉਹ ਐਕਟੀਵੇਟ ਹੋ ਜਾਂਦਾ ਜੀ, ਠੀਕ ਹੈ ਨਾ ਜੀ। ਕਿਉਂਕਿ ਤੁਹਾਡੇ ਕੋਲ ਆਧਾਰ ਹੈ ਨਹੀਂ, ਉਹਨੂੰ ਐਕਟੀਵੇਟ ਕਰਨ ਦਾ ਇਹ ਹੀ ਤਰੀਕਾ ਹੈ ਕਿ ਤੁਸੀਂ ਆਪਣਾ ਪਾਸਪੋਰਟ ਦੀ ਕਾਪੀ ਦੇਣੀ ਹੈ, ਤੁਸੀਂ ਆਪਣੀ ਉਹਨਾਂ ਨੂੰ ਸਟੇ ਦੀ ਇਨਫੋਰਮੇਸ਼ਨ ਦੇਣੀ ਹੈ ਤੇ ਇੱਕ ਐਪਲੀਕੇਸ਼ਨ ਮੂਵ ਕਰਨੀ ਹੈ ਟੂ ਦਾ ਟੈਕਸ ਆਫਿਸਰ ਕਿ ਜੀ ਮੈਂ ਨਾਨ ਰੈਜ਼ੀਡੈਂਟ ਹਾਂ ਤੇ ਮੇਰੇ ਕੋਲ ਇਹ ਪੈਨ ਨੰਬਰ ਹੈ, ਇਹ ਮੇਰਾ ਪਾਸਪੋਰਟ ਦੀ ਡਿਟੇਲ ਹੈ ਤੇ ਇਹ ਮੇਰਾ ਸਟੇ ਦੀ
ਸਿਚੁਏਸ਼ਨ ਹੈ ਜੀ ਉਹ ਥੋੜੀ ਦੇਰ ਬਾਅਦ ਉਹ ਜਿਹੜੇ ਪਾਰਟਿਕੂਲਰਸ ਨੇ ਉਹ ਪੋਰਟਲ ਦੇ ਉੱਤੇ ਆ ਜਾਣਗੇ। ਪੋਰਟਲ ਦੇ ਉੱਤੇ ਆਨ ਕਰਕੇ ਤੇ ਉਹ ਤੁਹਾਡਾ ਜਿਹੜਾ ਆਧਾਰ ਕਾਰਡ ਹੈ ਜੇ ਆਲਰੇਡੀ ਇਨਓਪਰੇਟਿਵ ਹੋਇਆ ਤੇ ਐਕਟੀਵੇਟ ਹੋ ਜਾਏਗਾ, ਤੇ ਜੇ ਤੁਸੀਂ ਫਰੈਸ਼ ਫਾਈਲ ਕਰਦੇ ਹੋ ਤੇ ਫਿਰ ਤੁਹਾਨੂੰ ਆਧਾਰ ਤੋਂ ਬਿਨਾ ਤੁਹਾਨੂੰ ਉਹ ਮਿਲ ਜਾਏਗਾ। ਔਰ ਜਿਨ੍ਹਾਂ ਦੇ ਆਲਰੇਡੀ ਆਧਾਰ ਜਿਨ੍ਹਾਂ ਕੋਲ ਹੈ ਨੇ, ਜਿਨ੍ਹਾਂ ਨੇ ਆਲਰੇਡੀ ਇਹਨੂੰ ਆਪਸ 'ਚ ਲਿੰਕ ਨਹੀਂ ਕੀਤਾ ਹੋਇਆ, ਉਹਨਾਂ ਦੀ ਫਰੈਸ਼ ਐਪਲੀਕੇਸ਼ਨ ਤੁਸੀਂ ਉਹਨੂੰ ਲਿੰਕ ਅਪ ਕਰੋਗੇ ਵਿਦ ਪੈਨਲਟੀ ਹੋ ਜਾਏਗਾ। ਇਹ ਸਾਰਾ ਕਨਸੈਪਟ 30 ਜੂਨ ਦਾ ਹੈ। ਓਕੇ, ਮਤਲਬ ਸੋਲੂਸ਼ਨ ਮੌਜੂਦ ਹੈ, ਹਾਂ, ਘਬਰਾਉਣ ਦੀ ਲੋੜ ਨਹੀਂ। ਨਹੀਂ ਘਬਰਾਉਣ ਦੀ ਕੋਈ ਲੋੜ ਨਹੀਂ। ਕੋਈ ਇਹੋ ਜਿਹੀ ਗੱਲ ਨਹੀਂ ਹੈ ਜਿਹਦੇ 'ਚ ਤੁਸੀਂ ਫਰਜ਼ ਕਰ ਲਓ ਤੁਹਾਡੇ ਕੋਲ ਕੋਈ ਚੀਜ਼ ਰਹਿ ਗਈ ਹੈ ਤੇ ਤੁਸੀਂ ਉਹਨੂੰ ਠੀਕ ਨਹੀਂ ਕਰ ਸਕਦੇ। ਠੀਕ ਹੈ, ਥੋੜੀ ਬਹੁਤ ਪੈਨਲਟੀ ਦੇ ਕੇ ਤੇ ਤੁਸੀਂ ਉਹਨੂੰ ਐਕਟੀਵੇਟ ਕਰ ਸਕਦੇ ਹੋ, ਤੁਹਾਡਾ ਜਿਹੜਾ ਪੈਨ ਕਾਰਡ ਐਕਟੀਵੇਟ ਹੋ ਜਾਏਗਾ। ਜੁਰਮਾਨਾ ਤਾਂ ਅਸੀਂ ਦੇਣਾ ਹੀ ਪਏਗਾ। ਹਾਂ, ਥੋੜਾ ਬਹੁਤ ਦੇਣਾ ਪਏਗਾ। ਫਿਰ ਉਹ ਜੇ ਤੁਹਾਡੀ ਆਪਣੀ ਗਲਤੀ ਹੈ ਕਿ ਤੁਸੀਂ 29 ਜੂਨ ਤੱਕ ਉਹਨੂੰ ਲਿੰਕ ਅਪ ਨਹੀਂ ਕੀਤਾ ਤੇ ਫਿਰ ਜੁਰਮਾਨਾ ਤਾਂ ਦੇਣਾ ਹੀ ਪਏਗਾ। ਸੋ ਇਹ ਲਿੰਕ ਅਪ ਕਰਨ ਨੂੰ ਕਿੰਨਾ ਕੁ ਸਮਾਂ ਲੱਗ ਜਾਏਗਾ? ਜੇ ਮੰਨ ਲਓ ਜੇ ਅੱਜ ਦੇ ਦਿਨ ਕੋਈ ਅਪਲਾਈ ਕਰਦਾ ਜਿਹਨੇ ਲਿੰਕ ਨਹੀਂ ਕੀਤਾ ਔਰ ਇਨਓਪਰੇਟਿਵ ਹੋ ਚੁੱਕਾ ਪੈਨ ਕਾਰਡ, ਹਾਂਜੀ, ਦੈਨ ਕਿੰਨਾ ਕੁ ਟਾਈਮ ਫਿਰ ਲੱਗੇਗਾ? 10-15 ਦਿਨ 10-15 ਦਿਨ, ਕੋਈ ਇਸ ਤੋਂ ਜ਼ਿਆਦਾ ਕੋਈ ਉਹਦੀ ਨਹੀਂ ਹੈ। ਯਾ, ਔਰ ਫੀਸ ਕਿੰਨੀ ਹੋਏਗੀ ਇਹਦੀ? ਇਹਦੀ ਫੀਸ ਹਾਲੇ ਮੈਂ ਤੁਹਾਨੂੰ ਆਫਲਾਈਨ ਨਹੀਂ ਦੱਸ ਸਕਦਾ ਕਿੰਨੀ ਹੈਗੀ ਹੈ, ਬਟ ਉਹ ਕੰਪਿਊਟਰ ਨੇ ਆਪਣੇ ਆਪ ਹੀ ਦੱਸ ਦੇਣੀ ਕਿ ਇੰਨੀ ਪੈਨਲਟੀ ਦਿਓ ਤੁਸੀਂ। ਓਕੇ, ਇੰਨੀ ਪੈਨਲਟੀ ਔਰ ਇੰਨੀ ਫੀਸ, ਉਹ ਆਪਣੇ ਆਪ ਡਿਪੈਂਡਿੰਗ ਅਪਨ ਨਾ ਕਿ ਤੁਹਾਡੀ ਡਿਲੇ ਕਿੰਨੀ ਹੈਗੀ ਹੈ। ਔਰ ਇਹਦੇ ਵਿੱਚ ਤੁਹਾਨੂੰ ਫਾਈਨੈਂਸ਼ੀਅਲ ਐਕਸਪਰਟ ਦੀਆਂ ਸਰਵਿਸਿਜ਼ ਲੈਣੀਆਂ ਪੈਣਗੀਆਂ, ਚਾਰਟਰਡ ਅਕਾਊਂਟੈਂਟ ਦੀਆਂ, ਜਾਂ ਆਪਣੇ ਆਪ ਕਰਵਾ ਸਕਦੇ ਹੋ? ਨਹੀਂ, ਤੁਸੀਂ ਆਪਣੇ ਆਪ ਵੀ ਕਰਵਾ ਸਕਦੇ ਹੋ। ਜੇ ਫਰਜ਼ ਕਰ ਲਓ ਟੂ ਬੀ ਮੋਰ ਐਕੂਰੇਟ, ਤੁਸੀਂ ਫਾਈਨੈਂਸ਼ੀਅਲ ਐਕਸਪਰਟਸ ਦੀ ਵੀ ਤੁਸੀਂ ਮਦਦ ਲੈ ਸਕਦੇ ਹੋ। ਉਹ ਤੇ ਦੇਖੋ ਨਾ, ਉਹ ਤੇ ਉਹਨਾਂ ਦਾ ਤੇ ਰੋਜ਼ ਦਾ ਕੰਮ ਹੈ। ਇੱਥੇ ਤੁਸੀਂ ਫਿਰ ਉਹ ਕੋਈ ਕਰਕੇ ਕੋਈ ਆਬਜੈਕਸ਼ਨ ਲੱਗ ਜਾਏ ਤੇ ਫਿਰ ਵਾਪਸ ਆ ਜਾਏ ਤੇ ਫਿਰ ਠੀਕ ਹੈ ਨਾ। ਸੋ ਇਸ ਤਰ੍ਹਾਂ ਦੀ ਗੱਲਬਾਤ। ਸੋ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਇਦਾਂ ਦੀ ਗਲਤੀ ਕੀਤੀ ਹੈ ਔਰ ਪੈਨ ਕਾਰਡ ਤੇ ਆਧਾਰ ਕਾਰਡ ਨੂੰ ਲਿੰਕ ਨਹੀਂ ਕੀਤਾ ਤਾਂ ਜ਼ਿਆਦਾ ਅੱਛਾ ਹੀ ਰਹੇਗਾ ਕਿ ਇੱਕ ਡਾਕਟਰ ਕੋਲ ਜਾਓ। ਡਾਕਟਰ ਮਤਲਬ ਜੋ ਫਾਈਨੈਂਸ਼ੀਅਲ ਐਕਸਪਰਟ ਆ, ਉਹ ਡਾਕਟਰ ਹੀ ਹੁੰਦਾ ਇਸ ਫੀਲਡ ਦਾ। ਉਹਨਾਂ ਕੋਲ ਜਾਓ ਔਰ ਆਪਣੀ ਸਾਰੀ ਬਿਮਾਰੀ ਡਿਸਕਸ ਕਰੋ ਕਿ ਆਹ ਮੈਂ ਗਲਤੀ ਕੀਤੀ ਹੈ, ਪੈਨ ਕਾਰਡ ਤੇ ਆਧਾਰ ਕਾਰਡ ਲਿੰਕ ਨਹੀਂ ਕੀਤਾ, ਇਸ ਕਰਕੇ ਇਹ ਮੇਰੀ ਗਲਤੀ ਹੁਣ ਤੁਸੀਂ ਦਰੁਸਤ ਕਰਵਾਓ। ਜੋ ਫੀਸ ਹੈ, ਜੋ ਫਾਈਨ ਹੈ, ਪੈਨਲਟੀ ਹੈ, ਜੁਰਮਾਨਾ, ਉਹ ਭਰ ਕੇ, ਤਾਂ ਕਿ ਸਭ ਕੁਝ ਐਕੂਰੇਟ ਹੋ ਸਕੇ। ਕਿਉਂਕਿ ਕਈ ਵਾਰ ਤੁਸੀਂ ਆਪ ਗਲਤੀ ਕਰੋਗੇ ਦੁਬਾਰਾ ਇਸ ਮਸਲੇ ਨੂੰ ਹੱਲ ਕਰਨ ਵਾਸਤੇ। ਸੋ ਜ਼ਰੂਰੀ ਹੈ ਇੱਕ ਫਾਈਨੈਂਸ਼ੀਅਲ ਐਕਸਪਰਟ ਤੁਹਾਡੇ ਕੋਲ ਨਾਲ ਹੋਵੇ, ਤਾਂ ਫਾਈਨੈਂਸ਼ੀਅਲ ਐਕਸਪਰਟ ਇਸ ਮਸਲੇ ਨੂੰ ਚੰਗੀ ਤਰ੍ਹਾਂ ਡੀਲ ਕਰ ਸਕਦੇ ਨੇ। ਸੋ ਮੰਨ ਲਓ ਉਹ ਇਨਓਪਰੇਟਿਵ ਹੈ, ਠੀਕ ਹੈ, ਹਜੇ ਆਪਰੇਟਿਵ ਨਹੀਂ ਕੀਤਾ, ਠੀਕ ਹੈ, ਦੈਨ ਉਹਨੇ ITR ਵਾਸਤੇ ਜਾਣਾ, ਇਨਕਮ ਟੈਕਸ ਰਿਟਰਨ ਭਰਨੀ ਹੈ। ਹਾਂਜੀ, ਇਨਓਪਰੇਟਿਵ ਪੈਨ ਕਾਰਡ ਦੇ ਨਾਲ ਇਨਕਮ ਟੈਕਸ ਰਿਟਰਨ ਭਰ ਸਕਦੇ ਨੇ? ਦੇਖੋ ਰੀਸੈਂਟ ਜਦੋਂ 30 ਜੂਨ, ਹੁਣ ਦੇਖੋ ਅਸੀਂ ਅਗਸਤ 'ਚ ਬੈਠੇ ਹਾਂ, ਅਗਸਤ 'ਚ ਬੈਠੇ, 30 ਜੂਨ ਲਾਸਟ ਡੇਟ ਸੀ। ਫਿਰ ਇਮੀਡੀਏਟਲੀ ਦੇਰ ਆਫਟਰ ਗਵਰਨਮੈਂਟ ਦੀ ਇੱਕ ਨੋਟੀਫਿਕੇਸ਼ਨ ਆ ਗਈ ਸੀ। ਗਵਰਨਮੈਂਟ ਨੇ ਕਿਹਾ ਕਿ ਜਿਨ੍ਹਾਂ ਦੇ ਪੈਨ ਇਨਓਪਰੇਟਿਵ ਨੇ ਉਹ ਆਪਣੀ ਰਿਟਰਨ ਫਾਈਲ ਕਰ ਸਕਦੇ ਨੇ। ਓਕੇ, ਜਿਨ੍ਹਾਂ ਦੇ ਪੈਨ ਇਨਓਪਰੇਟਿਵ ਨੇ ਉਹ ਆਪਣੀ ਰਿਟਰਨ ਫਾਈਲ ਕਰ ਸਕਦੇ ਨੇ, ਪਰ ਜਿਹੜੇ ਬਾਕੀ ਉਹਦੇ ਕੌਨਸੀਕੁਐਂਸਿਸ ਨੇ ਦੇ ਹੈਵ ਟੂ ਫੋਲੋ। ਓਕੇ, ਹੁਣ ਉਹ ਕੌਨਸੀਕੁਐਂਸਿਸ ਕੀ ਨੇ? ਸ਼ੋਰ, ਫਰਜ਼ ਕਰ ਲਓ ਤੁਸੀਂ ਆਪਣੀ ਰਿਟਰਨ ਫਾਈਲ ਕਰਦੇ ਹੋ, ਉਹਦੇ 'ਚ ਰਿਫੰਡ ਹੈ, ਠੀਕ ਹੈ ਨਾ ਜੀ, ਰਿਫੰਡ ਹੈ ਔਰ ਉਹਦੇ ਤੇ ਰਿਫੰਡ ਦੇ ਉੱਤੇ ਇੰਟਰਸਟ ਲੱਗਣਾ। ਨਾ ਤੇ ਤੁਹਾਨੂੰ ਉਹ ਰਿਫੰਡ ਮਿਲੇਗਾ, ਨਾ ਉਹਦੇ ਤੇ ਇੰਟਰਸਟ ਕੈਲਕੂਲੇਟ ਹੋਏਗਾ। ਓਕੇ, ਉਸ ਤੋਂ ਬਾਅਦ ਫਰਜ਼ ਕਰ ਲਓ ਤੁਹਾਡੇ ਪੈਨ ਦੇ ਅਗੇਂਸਟ ਤੁਹਾਨੂੰ ਬੈਂਕ ਹੈ ਜਾਂ ਕਿਸੇ ਨੇ ਤੁਹਾਨੂੰ ਪੇਮੈਂਟ ਕਰਨੀ ਹੈ, ਉਹਦੇ ਤੇ TDS ਹੈ, ਉਹ ਨਾਰਮਲ ਰੇਟ ਤੋਂ ਮੈਕਸਿਮਮ ਰੇਟ ਤੇ ਚਲਾ ਜਾਏਗਾ। ਜਿਹੜਾ TDS ਦੀ ਸਪੋਜ਼ ਤੁਹਾਡੀ ਨਾਰਮਲ ਤੁਸੀਂ 5% ਹੈ ਉਹ ਤੇ ਮੈਕਸਿਮਮ 20%, ਤੇ ਉਹ ਜਿਹੜਾ TDS ਹੈ ਉਹ 20% ਕੱਟਿਆ ਜਾਏਗਾ, 5% ਨਹੀਂ ਕੱਟਿਆ ਜਾਏਗਾ। ਰਾਈਟ, ਠੀਕ ਹੈ ਨਾ। ਔਰ ਦੇਖੋ ਇਹ ਬੜੀ ਵੱਡੀ ਕੀ ਇਹਨੂੰ ਕਹਿੰਦੇ ਨੇ ਡਿਸਐਡਵਾਂਟੇਜ ਹੈ ਕਿ ਕਿੱਥੇ ਤੁਹਾਨੂੰ 5% ਤੁਸੀਂ ਕੱਟਣਾ, ਕਿੱਥੇ ਮੈਕਸਿਮਮ ਰੇਟ ਤੇ ਤੁਹਾਡਾ TDS ਕੱਟਿਆ ਜਾਣਾ। ਬਾਕੀ ਵੀ ਫਰਜ਼ ਕਰ ਲਓ ਹੋਰ ਤੁਹਾਡੇ ਕੋਈ ਜਿਹੜੇ ਵੀ ਕੋਈ ਬੈਨੀਫਿਟਸ ਨੇ ਜਿਹੜੇ ਪੈਨ ਕਾਰਡ ਵਾਲੇ ਨੂੰ ਮਿਲਣੇ ਚਾਹੀਦੇ ਨੇ, ਉਹ ਤੁਹਾਨੂੰ ਬੈਨੀਫਿਟ ਨਹੀਂ ਮਿਲਣਗੇ। ਸੋ ਜਿੰਨੀ ਦੇਰ ਤੁਹਾਡਾ ਪੈਨ ਕਾਰਡ ਜਿਹੜਾ ਇਨਓਪਰੇਟਿਵ ਤੋਂ ਓਪਰੇਟਿਵ ਨਹੀਂ ਹੋ ਜਾਂਦਾ, ਉਨੀ ਦੇਰ ਤੁਸੀਂ ਰਿਟਰਨ ਤੇ ਫਾਈਲ ਕਰ ਸਕੋਗੇ, ਬਟ ਤੁਹਾਨੂੰ ਜਿਹੜੇ ਕੌਨਸੀਕੁਐਂਸਿਸ ਨੇ ਉਹ ਬੀਅਰ ਕਰਨੇ ਪੈਣਗੇ। ਸੋ ਇਸ ਕਰਕੇ ਮੇਰੀ NRI ਵੀਰਾਂ ਨੂੰ ਇਹ ਹੈ ਕਿ ਤੁਸੀਂ ਜਿਨ੍ਹਾਂ ਦੇ ਕੋਈ NRI ਕਾਰਡ ਇਨਓਪਰੇਟਿਵ ਹੋਏ ਹੋਏ ਨੇ, ਜਾਂ ਜਿਨ੍ਹਾਂ ਨੇ ਲਿੰਕੇਜ ਨਹੀਂ ਕੀਤੀ, ਜਾਂ ਜਿਨ੍ਹਾਂ ਨੇ ਆਪਣੇ NRI ਕਾਰਡ ਨੂੰ ਉਹਨਾਂ ਨੂੰ ਐਕਟੀਵੇਟ ਇਸ ਕਰਕੇ ਕੀਤਾ ਕਿ ਮੈਂ ਨਾਨ ਰੈਜ਼ੀਡੈਂਟ ਹੈਗਾ ਵਾਂ ਅਤੇ ਮੈਨੂੰ ਆਧਾਰ ਦੀ ਲੋੜ ਨਹੀਂ ਹੈਗੀ, ਅਤੇ ਇਹ ਮੇਰੇ ਪਰਟੀਕੂਲਰ ਨੇ, ਇਹ ਮੇਰਾ ਪਾਸਪੋਰਟ ਹੈ, ਇਹ ਮੇਰੀ ਸਟੇਟ ਡਿਟੇਲਸ ਹੈਗੀਆਂ ਨੇ, ਅਤੇ ਮੈਨੂੰ ਉਹਦੇ ਤੋਂ ਐਗਜ਼ੰਪਟ ਕੀਤਾ ਜਾਏ।
ਸੋ ਇਹ ਸਾਰੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਸਾਰੀਆਂ ਇਹਦੇ ਨਾਲ ਰਿਵੋਲਵ ਅਰਾਊਂਡ ਕਰਦੀਆਂ ਨੇ ਜੀ। ਬਟ ਇਹਦੇ ਤੋਂ ਇਲਾਵਾ ਜੇ ਕਿਸੇ ਦੀ ਕੋਈ ਹੋਰ ਕੁਐਰੀ ਹੋਵੇ ਤੇ ਉਹ ਮੈਨੂੰ ਰਿੰਗ ਕਰ ਸਕਦਾ ਹੈ। ਹੀ ਕੈਨ ਰਿੰਗ ਮੀ ਅਪ, ਆਈ ਕੈਨ ਸੋਲਵ ਹਿਸ ਪ੍ਰੋਬਲਮ, ਕੋਈ ਪ੍ਰੋਬਲਮ। ਸ਼ੋਰ, ਜ਼ਰੂਰ, ਇਹ ਤਾਂ ਹੋਣਾ ਹੀ ਚਾਹੀਦਾ। ਹਾਂ। ਔਰ ਇੱਕ ਚੀਜ਼ ਹੋਰ, ਹਾਂਜੀ ਮਤਲਬ ਜਿਸ ਤਰ੍ਹਾਂ ਸਾਡਾ ਪੰਜਾਬੀਆਂ ਦਾ ਸੁਭਾਅ ਹੈ ਕਿ ਕਈ ਵਾਰ ਤੇ ਅਸੀਂ ਬੜੇ ਪਾਰਟਿਕੂਲਰ ਹੁੰਦੇ ਆ ਹਾਂ। ਫਾਈਨੈਂਸ਼ੀਅਲ ਮੈਟਰਸ ਦੇ ਵਿੱਚ ਅਸੀਂ ਨਾ ਕਈ ਵਾਰ ਸੁਸਤੀ ਵਰਤ ਜਾਂਦੇ ਆ, ਪਰਵਾਹ ਨਹੀਂ ਕਰਦੇ, ਅਰੇ ਕੋਈ ਗੱਲ ਨਹੀਂ, ਹੋ ਜਾਊਗਾ। ਉਹਨਾਂ ਮੈਟਰਸ ਦੇ ਵਿੱਚ ਬਾਕੀ ਵੀ ਫਾਈਨੈਂਸ਼ੀਅਲ ਮੈਟਰਸ, ਕਿਉਂਕਿ ਫਿਰ ਬਾਅਦ ਵਿੱਚ ਕਨਸੀਕੁਐਂਸਸ ਠੀਕ ਹੈ, ਭੁਗਤਣੇ ਪੈਣਗੇ। ਠੀਕ ਹੈ। ਤੁਸੀਂ ਕੋਈ ਰਾਏ ਦੇਣਾ ਚਾਹੁੰਦੇ ਹੋ ਬੀਇੰਗ ਸੀਨੀਅਰ ਕਿ ਜਿਹੜੇ ਆਪਣੇ ਪੈਸੇ ਧੇਲੇ ਦੇ ਮਾਮਲੇ ਨੇ, ਜਦੋਂ ਤੁਸੀਂ ਕਿਤੇ ਵੀ ਟ੍ਰਾਂਜੈਕਸ਼ਨਸ ਕਰੋ, ਚਾਹੇ ਭਾਰਤ ਵਿੱਚ ਕਰੋ ਚਾਹੇ ਆਪਣੇ ਦੇਸ਼ ਵਿੱਚ ਜਿੱਥੇ ਰਹਿੰਦੇ ਹੋ, ਪੈਸੇ ਧੇਲਿਆਂ ਦੇ ਮਾਮਲੇ ਦੇ ਵਿੱਚ ਕਿੰਨਾ ਪਾਰਟਿਕੂਲਰ ਹੋਣਾ ਚਾਹੀਦਾ ਬੰਦੇ ਨੂੰ? ਦੇਖੋ ਸੰਜੀਵ ਜੀ, ਜਿਹੜੀ ਵੀ ਤੁਸੀਂ ਇੱਥੇ ਕੋਈ ਟ੍ਰਾਂਜੈਕਸ਼ਨ ਕਰਨੀ ਹੈ ਪੈਨ ਤੋਂ ਬਿਨਾਂ ਤਾਂ ਹੋਏਗੀ ਨਹੀਂ। ਸੋ ਸਭ ਤੋਂ ਵੱਡੀ ਗੱਲ ਹੈ ਕਿ ਜੇ ਕੋਈ ਬੰਦਾ ਇਹ ਸੋਚ ਰਿਹਾ ਹੈ ਕਿ ਮੈਂ ਇੰਡੀਆ ਦੇ ਵਿੱਚ ਟ੍ਰਾਂਜੈਕਸ਼ਨ ਕਰਨੀ ਹੈ ਜਾਂ ਮੈਂ ਇੰਡੀਆ ਦੇ ਵਿੱਚ ਕੋਈ ਇਨਕਮ ਅਰਨ ਕਰਨੀ ਹੈ, ਤੇ ਪਹਿਲੀ ਗੱਲ ਤਾਂ ਇਹ ਕਿ ਉਹ ਪੈਨ ਲਵੇ। ਪੈਨ ਦਾ ਕੋਈ ਲੰਬਾ ਚੌੜਾ ਮਸਲਾ ਨਹੀਂ ਹੈਗਾ। ਮੈਂ ਤੁਹਾਨੂੰ ਦੱਸਿਆ ਹੀ ਹੈ, 2-4 ਡਾਕੂਮੈਂਟ ਨੇ, ਉਹ ਤੁਸੀਂ ਦੇਣੇ ਨੇ, ਉਹ ਤੁਹਾਨੂੰ ਪੈਨ ਅਲਾਟ ਹੋ ਕੇ ਆ ਜਾਣਾ, ਤੇ ਤੁਸੀਂ ਆਰਾਮ ਨਾਲ ਆਪਣੀ ਰਿਟਰਨ ਵੀ ਫਾਈਲ ਕਰ ਸਕਦੇ ਹੋ ਤੇ ਅਦਰ ਵੀ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਇੰਜੋਏ ਕਰ ਸਕਦੇ ਹੋ। ਦੂਸਰਾ, ਮੈਂ ਤੁਹਾਨੂੰ ਜੇ ਯਾਦ ਹੋਏਗਾ ਤੁਹਾਡੇ, ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਇਹ ਕਿਹਾ ਸੀਗਾ ਕਿ ਜਦੋਂ ਅਸੀਂ TDS ਦਾ ਮਾਮਲਾ ਅਸੀਂ ਡਿਸਕਸ ਕਰ ਰਹੇ ਸੀ ਕਿ ਕੋਈ ਵੀ ਤੁਸੀਂ ਅਨਅਥੋਰਾਈਜ਼ਡ ਡੀਲਿੰਗ ਦੇ ਵਿੱਚ ਨਾ ਪਵੋ। ਇਹ ਮੇਰਾ ਤੁਹਾਨੂੰ 40 ਸਾਲ ਦਾ ਐਕਸਪੀਰੀਅੰਸ ਹੈ ਕਿ ਅਨਅਥੋਰਾਈਜ਼ਡ ਡੀਲਿੰਗ ਦੇ ਵਿੱਚ ਨਾ ਪਵੋ। ਜਿਹੜੀ ਡੀਲਿੰਗ ਹੈ ਉਹ ਥਰੂ ਬੈਂਕ ਟ੍ਰਾਂਸਫਰ ਕਰੋ, ਵਾਈਟ 'ਚ ਕਰੋ, ਇਹ ਨਾ ਕਿਸੇ ਦੇ ਮਗਰ ਨਾ ਦੌੜੋ, ਤੇ ਉਹਦੇ ਨਾਲ ਤੁਹਾਨੂੰ ਇੱਕ ਪੀਸ ਮਿਲੇਗਾ ਤੇ ਤੁਹਾਡਾ ਕੰਮ ਹੋਏਗਾ। ਇਹ ਮੇਰੀ ਇੱਕ ਤੁਹਾਨੂੰ ਐਡਵਾਈਸ। ਜੋ ਵੀ ਕੰਮ ਕਰੋ ਸਹੀ ਤਰੀਕੇ ਨਾਲ ਕਰੋ, ਲੀਗਲ ਤਰੀਕੇ ਨਾਲ, ਕਿਉਂਕਿ ਬਾਅਦ ਵਿੱਚ ਫਿਰ ਮੁਸ਼ਕਿਲ ਖੜੀ ਹੋ ਜਾਂਦੀ। ਬਿਲਕੁਲ ਠੀਕ ਗੱਲ, ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਸੀਂ ਐਨਲਾਈਟਨ ਕੀਤਾ ਹੈ ਇਸ ਸਬਜੈਕਟ ਦੇ ਉੱਤੇ, ਔਰ ਸਾਡੇ ਦਰਸ਼ਕਾਂ ਦੀਆਂ ਜੋ ਵੀ ਕੁਐਰੀਜ਼ ਹੋਣਗੀਆਂ ਤੁਹਾਨੂੰ ਜ਼ਰੂਰ ਕੰਟੈਕਟ ਕਰਨਗੇ। ਥੈਂਕ ਯੂ ਜੀ, ਥੈਂਕ ਯੂ। ਔਰ ਅਸੀਂ ਵੀ ਤੁਹਾਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ, ਆਪਣੀਆਂ ਕੁਐਰੀਜ਼ ਸਾਨੂੰ ਇਨਬਾਕਸ ਜ਼ਰੂਰ ਕਰਿਆ ਕਰੋ, ਤਾਂ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਹੋਰ ਟੈਕਨੀਕਲ ਮੈਟਰਸ ਲੈ ਕੇ ਆਈਏ ਜਿਹੜੇ ਤੁਹਾਡੇ ਵਾਸਤੇ ਵੀ ਫਾਇਦੇਮੰਦ ਸਾਬਿਤ ਹੋ ਸਕਦੇ ਨੇ। ਬਹੁਤ ਬਹੁਤ ਸ਼ੁਕਰੀਆ ਕਾਮਰਾਜ ਸਾਹਿਬ। ਥੈਂਕ ਯੂ ਜੀ, ਥੈਂਕ ਯੂ। ਸੋ ਸਾਡੀ ਗੁਜ਼ਾਰਿਸ਼ ਹੈ ਕਿ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।